उजड़े पुजड़े आए तो वो रस्ते च कुछ एक यादां हैगियां ने। मेरा मन करता मैं फौज जावां, क्योंकि मैं साइंस छड्ड के ते आर्ट्स रख ली सी ते NCC रख ली। माण है कि मैं ਜਿਹੜੇ ट्रेनिंग सेंटर ਉੱਥੇ ਸੀ ਕੁਝ ਡੈਡ ਪਏ ਸੀ, ਕੁਝ ਨਵੇਂ ਖੋਲੇ, ਉਤਸ਼ਾਹ ਮਿਲਿਆ। ਸਾਰੇ ਲੀਡਰ ਭੱਜੇ ਆਉਂਦੇ ਸੀ। ਮੁਲਾਇਮ ਸਿੰਘ ਯਾਦਵ डिफेंस मिनिस्टर बड़े प्रभावित ਹੋਏ। ਹਾਲ ਹੀ ਦੇ ਵਿੱਚ ਇਨਸੀਡੈਂਟ ਵਾਪਰਿਆ ਪੁੰਛ ਦੇ ਵਿੱਚ। ਕਿਉਂ ਜਨਵਰੀ 1 ਜਨਵਰੀ 2 ਜਨਵਰੀ ਨੂੰ ਉਹਨਾਂ ਰਜੌੜੀ ਦੇ ਉੱਥੇ ਪਿੰਡ 'ਚ 4 ਸਿਵਲੀਅਨ ਮਾਰੇ ਗਏ ਸੀ। ਉਦੋਂ ਬਾਅਦ ਫਿਰ ਉਹਨਾਂ ਨੇ ਇੱਕ ਧਮਾਕਾ ਕੀਤਾ ਉੱਥੇ। ਧਮਾਕਾ ਕੀਤਾ, ਉਹਦੇ ਵਿੱਚ ਦੋ ਬੱਚੇ ਮਾਰੇ ਗਏ ਰਜੌੜੀ 'ਚ। ਮੈਂ ਗੱਲ ਕਰ ਪੂਰਾ ਸਾਬਾ ਤੇ ਕਰਾ ਰਹੇ, ਇਹ ਲਿੰਕਰ ਪੰਜਾਬ ਤੇ ਕਰ ਲਿੰਕ ਕਰਨਾ ਚਾਹੁੰਦੇ ਨੇ। ਸੋ ਇਹਨਾਂ ਦੀ ਬਹੁਤ ਵੱਡੀ ਸਾਜ਼ਿਸ਼ ਹੈ। ਮੈਨੂੰ ਪਤਾ ਐਜ਼ ਏ ਡਿਪਟੀ ਬ੍ਰਿਗੇਡ ਕਮਾਂਡਰ, ਉਦੋਂ ਮੇਰੀ ਆਫੀਸ਼ੀਅਲ ਬ੍ਰਿਗੇਡ ਕਮਾਂਡਰ ਸੀ, ਉਦੋਂ ਮੇਰੀ ਝੰਡੀ ਲੱਗੀ ਸੀ। ਮੇਰੀ ਗੱਡੀ 3 ਵਾਰੀ ਉਲਟੀ, ਬੜੀ ਮੁਸ਼ਕਿਲ ਨਾਲ ਬਚੇ। ਉਹ ਪੁੰਛ ਡਿੱਗ ਪੈਣੀ ਸੀ। ਇਹੋ ਜਿਹਾ ਇਲਾਕਾ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ। ਅੱਜ ਗੱਲਬਾਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਸਾਹਿਬ ਨਾਲ ਕਰਨੀ ਹੈ। ਉਹਦੀ ਵਜ੍ਹਾ ਇਹ ਹੈ ਕਿ ਉਹਨਾਂ ਦੇ ਸੈਂਕੜੇ ਕਿੱਸੇ ਨੇ। ਪਹਿਲਾਂ ਆਰਮੀ ਦੇ ਵਿੱਚ ਭਰਤੀ ਹੁੰਦੇ ਨੇ ਔਰ ਟੌਪ ਦੀ ਜਿਹੜੀ ਪੋਜੀਸ਼ਨ ਹੈ ਉੱਥੋਂ ਜਾ ਕੇ ਉਹ ਸੇਵਾ ਮੁਕਤ ਹੁੰਦੇ ਆ ਔਰ ਉਸ ਤੋਂ ਬਾਅਦ ਵੀ ਜਿਹੜਾ ਹੈ ਉਹ ਸੇਵਾ ਕਰਦੇ ਨੇ। ਔਰ ਇਹ ਸਭ ਦੇ ਵਿਚਾਲੇ ਇੱਕ ਕਦਮ ਉਹਨਾਂ ਦਾ ਸਿਆਸਤ ਵੱਲ ਨੂੰ ਵੀ ਜਾਂਦਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਉਹਨਾਂ ਨੂੰ ਜੁਆਇਨ ਕਰਵਾਇਆ ਜਾਂਦਾ ਹੈ ਔਰ ਬਾਦਲ ਸਾਹਿਬ ਦੁਨੀਆ ਤੋਂ ਰੁਖਸਤ ਹੋ ਗਏ ਆ। ਕੁਛ ਕਿੱਸੇ ਉਹ ਵੀ ਅਸੀਂ ਜਿਹੜੇ ਆ ਕਾਹਲੋਂ ਸਾਹਿਬ ਦੇ ਨਾਲ ਸਾਂਝੇ ਕਰਾਂਗੇ। ਸ਼ਖਸੀਅਤ ਬਹੁਤ ਵੱਡੀ ਹੈ, ਜ਼ਿਆਦਾ ਮੈਂ ਉਹਨਾਂ ਬਾਰੇ ਆਪ ਚਰਚਾ ਨਹੀਂ ਕਰ ਸਕਦਾ। ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ, ਉਹਨਾਂ ਦੀ ਜ਼ੁਬਾਨੀ ਜਾਣਾਂਗੇ ਕਿ ਇਹ ਸਾਰੀਆਂ ਗੱਲਾਂ ਬਾਤਾਂ ਜੋ ਤੁਸੀਂ ਵੀ ਜਾਣਨੀਆਂ ਚਾਹੁੰਦੇ ਹੋ, ਸਾਰੀ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਦਾਰਮਿਕ। ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ। ਔਰ ਸ਼ੁਰੂਆਤ ਆਪਾਂ ਤੁਹਾਡੇ ਸਫ਼ਰ ਤੋਂ ਕਰੀਏ ਕਿ ਸਭ ਤੋਂ ਪਹਿਲਾਂ ਤਾਂ ਆਰਮੀ ਦਾ ਸ਼ੌਕ ਕਿੱਥੋਂ ਪੈਦਾ ਹੋ ਗਿਆ ਸੀ? ਇਹ ਕੋਈ ਕਾਰਨ ਬਣਦੇ ਹੁੰਦੇ ਆ। ਕੁਝ ਲੋਕਾਂ ਦੇ ਤਾਂ ਕਾਰਨ ਬਣ ਜਾਂਦੇ, ਕੁਝ ਆਰਥਿਕ ਤੌਰ 'ਤੇ ਘਰੋਂ ਕਮਜ਼ੋਰ ਨੇ ਤਾਂ ਉਹ ਆਰਮੀ ਦੇ ਵਿੱਚ ਭਰਤੀ ਹੁੰਦੇ ਨੇ, ਕਈ ਇੱਦਾਂ ਦੇ ਫੈਕਟਰ। ਪਰ ਤੁਸੀਂ ਇੱਕ ਲੈਵਲ 'ਤੇ ਜਾ ਕੇ ਸੇਵਾ ਮੁਕਤ ਹੋਏ ਹੋ। ਪਹਿਲਾਂ ਸ਼ੁਰੂਆਤ ਤੋਂ ਦੱਸੋ ਕਿ ਕਿੱਥੇ ਪੜ੍ਹੇ ਹੋ ਔਰ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ? ਮੇਰਾ ਜਨਮ ਐਕਚੁਅਲੀ 1 ਮਾਰਚ 1943 ਸਿਆਲਕੋਟ ਵਿਖੇ ਵੈਸਟ ਪਾਕਿਸਤਾਨ ਜੀ ਉੱਥੇ ਹੋਇਆ ਤੇ ਉੱਥੋਂ ਅਸੀਂ ਮਾਈਗ੍ਰੇਟ ਕਰਕੇ ਆ ਗਏ। ਤੇ ਉਸ ਵੇਲੇ ਮੇਰੀ ਉਮਰ 4.5 ਸਾਲ ਦੀ ਸੀਗੀ ਜੀ। ਤੇ 1947 ਦੀ ਗੱਲ ਹੈ। ਤੇ 4.5 ਸਾਲ ਉਮਰ ਸੀ ਤੇ ਅਸੀਂ ਗੁਰਦਾਸਪੁਰ ਆ ਗਏ। ਤੇ ਉੱਥੇ ਆ ਕੇ ਦੇਖੋ ਉਜੜੇ ਪੁਜੜੇ ਆਏ ਤੇ ਉਹ ਰਸਤੇ 'ਚ ਕੁਛ ਇੱਕ ਯਾਦਾਂ ਹੈਗੀਆਂ ਨੇ। ਕਿੱਦਾਂ ਇੱਕ ਪਾਰਟੀਸ਼ਨ ਹੋਈ ਤੇ ਕੀ ਉਹਦੇ ਦੁਖਦਾਈ ਘਟਨਾਵਾਂ ਕੁਛ ਯਾਦ ਉਸ ਵੇਲੇ ਦਾ ਕੁਛ ਜ਼ਿਆਦਾ ਯਾਦ ਹੈ। ਬੜੀ ਮਾਮੂਲੀ ਕਿ ਮੈਨੂੰ ਜਿਸ ਤਰ੍ਹਾਂ ਇੱਕ ਘੋੜੇ ਤੇ ਮੈਨੂੰ ਘੋੜੀ ਤੇ ਲਿਜਾ ਰਹੇ ਸੀ ਕਿ ਮੇਰੇ ਗ੍ਰੈਂਡਫਾਦਰ ਨੇ ਕਿਸੇ ਨੂੰ ਡਿਊਟੀ ਲਾਈ ਸੀ ਤੇ ਮੈਂ ਕਿਸ ਤਰ੍ਹਾਂ ਡਿੱਗਿਆ ਤੇ ਕਿੱਦਾਂ ਬਚਿਆ, ਉਹੋ ਜਿਹੀਆਂ ਗੱਲਾਂ ਹੈਗੀਆਂ ਨੇ। ਪਰ ਮੈਂ ਸਮਝਦਾ ਹਾਂ ਕਿ ਮੈਨੂੰ ਜਿਹੜਾ ਬਚਪਨ ਤੋਂ ਜਿਹੜਾ ਕਿ ਮੇਰੇ ਪਿਤਾ ਜੀ ਯਾਨੀ ਪ੍ਰੀਤਮ ਸਿੰਘ ਤੇ ਮੇਰੀ ਮਾਤਾ ਜਸਵੰਤ ਕੌਰ ਜੀ ਨੇ ਕੁੱਖੋਂ ਜਨਮ ਲਿਆ, ਮੈਂ ਉਹਨਾਂ ਨੇ ਮੇਰਾ ਪਾਲਣ ਪੋਸ਼ਣ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਸਾਨੂੰ ਹਾਲੇ ਉੱਥੇ ਆ ਕੇ ਜ਼ਮੀਨ ਵੀ ਨਹੀਂ ਸੀ ਮਿਲੇ। ਫਿਰ ਕਾਦੀਆਂ ਮੈਂ ਕਲਾਸ ਵਾਲਾ ਖਾਲਸਾ ਹਾਈ ਸਕੂਲ ਉੱਥੇ ਪੜ੍ਹਨੇ ਪਾਤਾ ਤੇ ਉਦੋਂ ਬਾਅਦ ਫਿਰ ਉੱਥੇ ਮੈਂ ਕਾਲਜ ਵੀ ਉੱਥੋਂ ਸਿੱਖਿਆ ਕੀਤੀ। ਮਗਰ ਮੇਰੇ ਮਨ ਦੇ ਵਿੱਚ ਮੇਰੇ ਪਿਤਾ ਜੀ ਚਾਹੁੰਦੇ ਸਨ, ਉਹ ਉਸ ਵੇਲੇ ਗਵਰਨਮੈਂਟ ਸਰਵਿਸ ਪੰਜਾਬ ਗਵਰਨਮੈਂਟ ਸਰਵਿਸ ਸੀਗੇ ਤੇ ਉਹ ਰਿਟਾਇਰ ਹੋਏ ਜਦੋਂ ਮੈਂ ਕਮਿਸ਼ਨ ਲਿਆ 62 ਉਦੋਂ ਪਹਿਲਾਂ ਹੀ ਹੋ ਗਏ ਸੀ 61 ਤੇ ਉਹ ਐਜ਼ ਏ ਅਸਿਸਟੈਂਟ ਰਜਿਸਟਰਾਰ ਪ੍ਰੋਪਰਟੀ ਸੋਸਾਇਟੀ ਅਨਡਿਵਾਈਡਡ ਪੰਜਾਬ। ਤੇ ਮੈਨੂੰ ਪੜ੍ਹਨ 'ਚ ਮੈਂ ਕੁਝ ਕਮਜ਼ੋਰ ਸੀਗਾ, ਕੋਈ ਸ਼ੱਕ ਨਹੀਂ। ਮਗਰ ਉਹ ਕਾਲਜ ਕਿਉਂਕਿ ਮੈਂ ਸਾਇੰਸ ਛੱਡ ਕੇ ਤੇ ਆਰਟਸ ਰੱਖ ਲਈ ਸੀ ਤੇ NCC ਰੱਖ ਲਈ ਜੀ। ਕਿਉਂ ਮੈਨੂੰ ਸ਼ੌਕ ਸੀਗਾ ਫੌਜ ਜਾਣ ਤੇ। ਮੈਂ ਸੋਚਿਆ ਕਿ ਇਹ ਸਾਇੰਸ ਤਾਂ ਬੜੀ ਮੁਸ਼ਕਿਲ ਹੋ ਰਹੀ ਹੈ। ਅੱਛਾ, ਸਕੂਲ ਪੜ੍ਹਦਾ ਹੀ ਸ਼ੌਕ ਸੀਗਾ? ਸਕੂਲ ਪੜ੍ਹਦਿਆਂ ਸ਼ੌਕ ਹੋਇਆ। ਉੱਥੇ ACC ਹੁੰਦੀ ਹੈ, ਪਹਿਲਾਂ ਆਰਮੀ ਕੋਰਸ ਹੁੰਦਾ ACC ਜੀ ਐਕਚੁਅਲੀ ਕੋਲ। ਫਿਰ ਉਸ ਤੋਂ ਬਾਅਦ ਖਾਸ ਤੌਰ ਤੇ NCC ਰੱਖ ਲਈ। ਜਦੋਂ C ਸਰਟੀਫਿਕੇਟ ਪਾਸ ਕੀਤਾ ਉਦੋਂ ਆਰਡਰ ਸਨ ਕਿ ਜੇ ਤੁਸੀਂ C ਸਰਟੀਫਿਕੇਟ ਪਾਸ ਕਰ ਲੈਂਦੇ ਹੋ ਤੇ ਜੇ ਨਾਲ BA ਗ੍ਰੈਜੂਏਸ਼ਨ ਕਰ ਸਿੱਧਾ ਤੁਸੀਂ ਅਪਲਾਈ ਕਮਿਸ਼ਨ ਵਾਸਤੇ ਕਰ ਲੈਂਦੇ ਹੋ। ਖੈਰ ਮੈਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ
ਤੇ ਪ੍ਰੇਰਨਾ ਮਿਲਦੀ ਰਹੀ। ਮੇਰੇ ਦੋ ਮੇਰੇ ਮਾਮਾ ਜੀ, ਮੇਰੇ ਚਾਚਾ ਜੀ, ਦੋਨੋਂ ਚਾਚਾ ਜੀ ਉਹ ਵਰਲਡ ਵਾਰ 2 'ਚ ਸਨ ਜੀ। ਮੇਰੇ ਮਾਮਾ ਜੀ ਵੀ ਤੇ ਮੇਰੇ ਚਾਚਾ ਜੀ। ਹੂੰ ਤੇ ਮੈਨੂੰ ਬੜਾ ਉੱਥੇ ਉਹ ਮੈਂ ਦੇਖਦਾ ਸੀ, ਉਹਨਾਂ ਪੁੱਛਦਾ ਰਹਿੰਦਾ ਸੀ ਕੀ ਹੋਇਆ ਹੂੰ ਇਹ ਜੰਗ ਦੇ ਵਿੱਚ, ਤੇ ਮੈਨੂੰ ਮੇਰਾ ਮਨ ਕਰਦਾ ਸੀ ਮੈਂ ਫੌਜ ਜਾਵਾਂ। ਜੀ। ਤੇ ਮੈਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਮੈਨੂੰ ਕਮਿਸ਼ਨ, ਫਿਰ ਮੈਂ ਚਲਾ ਗਿਆ, ਸਿਲੈਕਟ ਹੋ ਗਿਆ ਤੇ ਇੰਡੀਅਨ ਮਿਲਟਰੀ ਅਕੈਡਮੀ ਚੋਂ 20.5 ਸਾਲ ਦੀ ਉਮਰ 'ਚ ਮੈਨੂੰ ਕਮਿਸ਼ਨ ਮਿਲਿਆ। ਓਕੇ। ਤੇ ਮੈਂ ਸਮਝਦਾ ਉਦੋਂ ਬਾਅਦ ਫੌਜੀ ਜੀਵਨ ਸ਼ੁਰੂਆਤ ਹੋ ਗਈ। ਤੇ ਫਿਰ ਮੈਂ ਫੌਜ 'ਚ ਹੁੰਦਾ ਕਿ ਭਾਈ 25 ਸਾਲ ਤੇ ਜੇ ਤੁਸੀਂ ਸ਼ਾਦੀ ਕਰਵਾਉਂਦੇ ਹੋ ਤੇ ਫਿਰ ਤੁਹਾਨੂੰ ਉਦੋਂ ਬਾਅਦ ਤਾਂ ਹੀ ਅਕੋਮੋਡੇਸ਼ਨ ਮਿਲ ਸਕਦੀ ਹੈ। ਖੈਰ ਮੇਰੀ ਸ਼ਾਦੀ ਹੋਈ, ਮੇਰੀ ਧਰਮ ਪਤਨੀ ਬਲਜੀਤ ਕੌਰ ਤੇ ਮੇਰੇ 2 ਬੇਟੀਆਂ ਨੇ, ਬੜੀਆਂ ਪੜ੍ਹੀਆਂ ਲਿਖੀਆਂ ਵਿਦਵਾਨ ਲੜਕੀਆਂ ਨੇ, ਇੱਕ ਡਾਕਟਰ ਅਮਨਦੀਪ, ਇੱਕ ਡਾਕਟਰ ਰਿਤੂ, ਤੇ ਉਹ ਦੋਨੋਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ। ਤੇ ਫਿਰ ਮੇਰਾ ਗ੍ਰਸਤੀ ਜੀਵਨ ਤੇ ਬਹੁਤ ਸਾਰੇ ਚੈਲੰਜਸ ਹੈਗੇ ਨੇ ਐਕਚੁਅਲੀ ਫੌਜ ਦੇ ਵਿੱਚ ਰਹਿੰਦੇ ਹੋਏ, ਕਿਉਂਕਿ ਮੋਸਟ ਆਫ ਦੀ ਟਾਈਮ ਤੁਸੀਂ ਪਰਿਵਾਰ ਤੋਂ ਦੂਰ ਰਹਿੰਦੇ ਹੋ, ਜਵਾਨ ਵੀ, ਜੇ ਵੀ, ਅਫਸਰ ਵੀ। ਤੇ ਮੇਰੀਆਂ ਛੋਟੀਆਂ ਬੇਟੀਆਂ ਪੜ੍ਹਦੀਆਂ ਸਨ ਤੇ ਉਹ ਜਦੋਂ ਮੇਰੀ ਦਿਵਲਾਲੀ ਤੋਂ ਪੋਸਟਿੰਗ ਹੋ ਕੇ ਮੈਂ ਲੈਫਟੀਨੈਂਟ ਕਰਨ ਦੀ ਕਮਾਂਡ ਮਿਲੀ। ਪਹਿਲੀ ਗੱਲ ਹੈ ਕਿ ਮੈਂ ਜੰਗ ਦੇ ਟਾਈਮ ਤੇ ਵੀ ਉਸ ਵੇਲੇ ਮੈਂ ਹਾਲੇ ਮੇਰੀ ਬੇਟੀ, ਵੱਡੀ ਬੇਟੀ ਪੈਦਾ ਹੋਈ ਸੀਗੀ ਕਿ ਮੈਨੂੰ 71 ਦੀ ਜੰਗ 'ਚ ਉੱਥੇ ਜਾਣਾ ਪਿਆ। ਓਕੇ। ਤੇ ਉਹ ਵੀ ਦੇਖੋ ਆਪਣੇ ਆਪ 'ਚ ਬੜਾ ਹੁੰਦਾ ਹੈ ਕਿ ਹਾਲੇ ਸ਼ੁਰੂਆਤ ਹੋਈ ਹੈ ਜੀਵਨ ਦੀ ਤੇ ਕੁਝ ਜੰਗ ਲੱਗ ਗਈ ਹੈ, ਮਗਰ ਉਸ ਤੋਂ ਬਾਅਦ ਦੁਚਿੱਤੀ ਵਾਲਾ ਮਾਹੌਲ ਬਣ ਜਾਂਦਾ ਇੱਕ ਵਾਰ ਤਾਂ। ਹਾਂਜੀ, ਸੋਚਦਾ ਬੰਦਾ ਇੱਕ ਵਾਰ ਤਾਂ ਪਿੱਛੇ ਬਾਰੇ ਕਿ ਕੀ ਹੈ ਸੋਚਦਾ। ਮੈਨੂੰ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਚਿੱਠੀ ਲਿਖੀ ਸੀ ਆਪਣੀ ਬੇਟੀ ਨੂੰ। ਉਸ ਸਮੇਂ ਮੈਂ ਕਿਹਾ ਦੇਖ ਬੇਟੇ, ਕਿਉਂਕਿ 69 ਨਵੰਬਰ 'ਚ ਮੇਰੀ ਸ਼ਾਦੀ ਹੋਈ ਤੇ 17 ਨਵੰਬਰ 'ਚ ਬੇਟੀ ਪੈਦਾ ਹੋਈ, ਵੱਡੀ ਬੇਟੀ। ਤੇ ਮੈਂ ਉਹਨੂੰ ਉੱਥੋਂ ਜੰਮੂ ਕਸ਼ਮੀਰ 'ਚ ਜਿਹੜਾ ਮੇਰਾ ਓਪਰੇਸ਼ਨਲ ਏਰੀਆ ਸੀ ਉੱਥੋਂ ਮੈਂ ਚਿੱਠੀ ਲਿਖੀ ਸੀ ਕਿ ਹੁਣ ਤਾਂ ਨਹੀਂ ਪੜ੍ਹ ਸਕਦੀ ਤੂੰ, ਵੱਡੀ ਹੋ ਕੇ ਪੜ੍ਹੇਂਗੀ ਚਿੱਠੀ, ਠੀਕ ਹੈ ਨਾ, ਕਿਉਂਕਿ ਉਦੋਂ ਪਤਾ ਨਹੀਂ ਨਾ ਹੁੰਦਾ ਜੰਗ 'ਚ ਕੀ ਹੋਣਾ ਕੀ ਨਹੀਂ। ਤੇ ਮੇਰਾ ਮਤਲਬ ਕਹਿਣ ਤੋਂ ਉਦੋਂ ਤੋਂ ਲੈ ਕੇ ਉੱਥੇ ਰਹੇ, ਉਦੋਂ ਤੋਂ ਛੋਟੇ ਬੱਚੇ ਪੜ੍ਹਨ ਦੀ ਗੱਲ ਨਹੀਂ, ਪਰ ਉਦੋਂ ਬਾਅਦ ਫਿਰ ਪੀਸ ਸਟੇਸ਼ਨ ਤੇ ਮੁਸ਼ਕਿਲ ਨਾਲ 4-5 ਸਾਲ 33 ਸਾਲ 'ਚੋਂ ਮਿਲੇ ਨੇ। ਪੀਸ ਸਟੇਸ਼ਨ ਜ਼ਰੂਰ ਪੋਸਟਿੰਗ ਹੋਈਆਂ, ਮਗਰ ਬੱਚਿਆਂ ਨੇ ਜਿੱਦਾਂ ਕਿ ਇੱਥੇ ਮੈਂ ਦਿਵਲਾਲੀ ਤੋਂ ਇੱਥੇ ਆਏ, ਉਦੋਂ ਪਹਿਲਾਂ ਪੜ੍ਹ ਰਹੇ ਸੀ ਦਿਵਲਾਲੀ, ਤੇ ਛੋਟੀਆਂ ਬੱਚਿਆਂ ਸਨ। ਬਾਅਦ 'ਚ ਇੱਥੇ ਚੰਡੀਗੜ੍ਹ ਹੀ ਉਹਨੂੰ ਪੜ੍ਹਨਾ ਕੰਟੀਨਿਊਟੀ ਵਾਸਤੇ, ਤੇ ਉਹਨਾਂ ਨੂੰ ਇੱਥੇ ਪੜ੍ਹਨਾ ਪਿਆ ਤੇ ਇੱਥੇ ਰਹਿਣਾ ਪਿਆ। ਫੈਮਿਲੀ ਨੂੰ ਅਲੱਗ ਆਉਂਦੇ ਜਾਂਦੇ ਰਹੇ। ਮੈਂ ਪੁੰਛ ਚਲਾ ਗਿਆ, ਮੈਂ ਇੱਥੇ ਪਾਲਮਪੁਰ ਚਲੇ ਗਏ ਤੇ ਸਿਕੰਦਰਾਬਾਦ ਚਲੇ ਗਏ, ਫਰੀਦਕੋਟ ਚਲੇ ਗਏ, ਆ ਜਾਂਦਾ ਆ ਗਏ, ਮਿਲਣ ਆ ਗਏ, ਛੁੱਟੀ ਛੱਟੀ ਆ ਗਏ। ਤੇ ਉਹ ਮਗਰ ਇੱਥੋਂ ਤੱਕ ਕਿ ਮੈਂ ਪੈਂਗੋਂਗ ਸੂ ਲੇਕ 'ਤੇ ਵੀ ਉੱਧਰ ਵੀ ਗਿਆ ਸੀ। ਉੱਥੇ ਤੇ ਮੈਨੂੰ ਕੋਈ ਟਾਸਕ ਮਿਲਿਆ ਹੋਇਆ ਸੀ, ਨਾਲ ਬੱਚੇ ਗਏ, ਉਹ ਐਜ਼ ਏ ਬ੍ਰਿਗੇਡ ਕਮਾਂਡਰ। ਸੋ ਮੇਰਾ ਮਤਲਬ ਕਹਿਣ ਤੋਂ ਇਹ ਵੀ ਕਿ ਬੜੇ ਚੈਲੰਜਸ ਹੁੰਦੇ ਨੇ ਫੌਜ ਉਸ ਟਾਈਮ ਤੇ ਰਹੇ, ਉਸ ਟਾਈਮ ਤੇ ਉੱਤੇ, ਕਿ ਹੁਣ ਵੀ ਹੈਗੇ ਨੇ ਫੌਜ। ਹੁਣ ਦੇਖੋ ਸਾਰੀ ਇੰਨੀ ਫੌਜ ਤਾਇਨਾਤ ਹੈ, LAC LOC, ਤੇ ਉਹਨਾਂ ਦੇ ਘਰ ਵਾਲੇ, ਉਹਨਾਂ ਦੇ ਬੱਚੇ ਕਈ ਕੋਈ ਕਿਤੇ ਪੜ੍ਹਾਈ ਕੇ ਬੜਾ ਸਫਰਤਾ ਬੇਸਿਕਲੀ ਬਹੁਤ ਜ਼ਿਆਦਾ ਹੁਣ ਤੇ ਹੋਰ ਵੀ ਜ਼ਿਆਦਾ ਹੋ ਗਿਆ। ਤੇ ਇਸ ਵਾਸਤੇ ਉਹ ਮੈਨੂੰ ਬਹੁਤ ਕੁਛ ਉਸ ਵੇਲੇ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਕਿ ਜ਼ਿਆਦਾ ਫੀਲਡ ਏਰੀਆ 'ਚ ਫਿਰ ਉਹ ਕੰਮ ਕਰਨ ਦਾ ਮੌਕਾ ਮਿਲਿਆ, ਔਰ ਬਹੁਤ ਸਾਰੀਆਂ ਉਪਲਬਧੀਆਂ, ਚੈਲੰਜਸ। ਮੈਨੂੰ ਯਾਦ ਹੈ ਫੌਜ 'ਚ ਰਹਿੰਦੇ ਹੋਏ ਇੱਕ ਵਾਰੀ ਅਸੀਂ ਪਥੌੜਾਗੜ੍ਹ ਸਾਈਡ 'ਤੇ ਕਿਤੇ ਬਾਹਰ ਜਾ ਰਹੇ ਸੀ, ਤੇ ਅੱਗੇ ਮੈਂ ਗੱਡੀ 'ਚ ਸੀਗਾ, ਆਪਣੇ ਜਿਪਸੀ ਆਪਣੀ ਸੀਗੀ ਵਿਲੀ ਜੀਪ, ਤੇ ਉੱਥੇ ਮੇਰੇ ਨਾਲ ਜਿਹੜੇ ਮੇਰਾ ਨਾਲ OP ਪਾਰਟੀ ਹੁੰਦੀ ਹੈ, ਜੇ ਕੋਈ ਸਾਡੇ ਕੋਲ ਹੁੰਦਾ ਗੇਂਦੀ ਬਿਲਚਾ, ਤੇ ਅਸੀਂ ਖੜਖੜ ਕੇ ਦੇਖੀ ਇੱਕ ਪਹਾੜ ਗਿਰ ਲਗਾ, ਤੇ ਜਲਦੀ ਨਾਲ ਮੇਰੇ ਜਵਾਨਾਂ ਨੇ ਉਹਦੀ ਗੱਡੀ ਨੂੰ ਚੱਕ ਕੇ ਪਿਛਣ ਕੀਤਾ। ਜੇਕਰ ਮਿੰਟ ਇੱਕ ਹੋਰ ਉੱਥੇ ਰੁਕ ਜਾਂਦੇ ਤੇ ਐਵਲਾਂਸ਼, ਉਹ ਜਿਹੜਾ ਪਹਾੜ ਗਿਰ ਰਿਹਾ ਸੀਗਾ, ਉਹ ਉਹਦੇ ਥੱਲੇ ਆ ਜਾਂਦਾ ਸੀ। ਤੇ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ। ਫਿਰ ਮੈਂ ਰਿਟਾਇਰਮੈਂਟ ਤੋਂ ਬਾਅਦ ਮੇਰੀ ਪੋਸਟਿੰਗ ਸ਼ੁਰੂ ਹੋਈ NCC ਤੋਂ ਜੀ। ਆਖਰੀ 2 ਬ੍ਰਿਗੇਡ ਕਮਾਂਡ ਕਰਨ ਤੋਂ ਬਾਅਦ ਆਖਰੀ ਮੇਰੀ ਪੋਸਟਿੰਗ ਸੀਗੀ ਉਹ ਲਖਨਊ ਦਾ ਡਿਪਟੀ ਡਾਇਰੈਕਟਰ ਜਨਰਲ NCC। ਮੈਂ ਇਹ ਉੱਥੇ ਇੱਕ ਆਪਣਾ ਮਨ ਬਣਾਇਆ ਸੀ ਕਿ ਇਸ ਵੇਲੇ ਨੌਜਵਾਨ ਨੂੰ ਜ਼ਰੂਰਤ ਹੈਗੀ ਹੈ, ਕਿਉਂਕਿ ਮੈਂ ਖੁਦ ਕਮਿਸ਼ਨ ਲਿਆ, ਮੋਟੀਵੇਸ਼ਨ ਮਿਲੀ ਮੈਨੂੰ, ਔਰ ਮੈਂ NCC ਥਰੂ ਦੇ ਕਮਿਸ਼ਨ ਮਿਲਿਆ। ਤੇ ਮੈਂ ਅਗਰ ਐਜ਼ ਏ ਹੈਡ ਆਫ ਦੀ NCC ਅਨਡਿਵਾਈਡਡ UP, ਤੇ ਜੇ ਮੈਂ ਕੁਛ ਹੁਣ ਕਰਕੇ ਦਿਖਾਵਾਂ ਆਪਣੇ ਬੱਚਿਆਂ ਵਾਸਤੇ, ਤੇ ਮੈਨੂੰ ਫਖਰ ਹੈ, ਮਾਣ ਹੈ ਕਿ ਮੈਂ ਜਿਹੜੇ ਟ੍ਰੇਨਿੰਗ ਸੈਂਟਰ ਉੱਥੇ ਸੀ, ਕੁਛ ਦੇ ਡੈਡ ਪਏ ਸੀ, ਕੁਛ ਨਵੇਂ ਖੋਲ੍ਹੇ UP ਦੇ ਅੰਦਰ, ਉਤਸ਼ਾਹ ਮਿਲਿਆ। ਸਾਰੇ ਲੀਡਰ ਭੱਜੇ ਆਉਂਦੇ ਸੀ। ਮੁਲਾਇਮ ਸਿੰਘ ਯਾਦਵ ਡਿਫੈਂਸ ਮਿਨਿਸਟਰ ਬੜੇ ਪ੍ਰਭਾਵਿਤ ਹੋਏ, ਤੇ ਉਹ ਤਾਂ ਕਿ ਉਹਨਾਂ ਨੂੰ ਚੰਗੇ ਪਾਸੇ ਗਾਈਡ ਕਰਨਾ, ਟ੍ਰੇਨਿੰਗ ਦੇਣੀ, ਸਿਖਲਾਈ ਦੇਣੀ, ਔਰ ਬੱਚਿਆਂ ਨੇ ਕਮਿਸ਼ਨ ਹਾਸਲ ਕੀਤੇ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ
ਕਿਸੇ ਨੂੰ ਰੁਜ਼ਗਾਰ ਦੇਣਾ ਦਵਾਉਣਾ ਬੜਾ ਮੁਸ਼ਕਿਲ ਬਹੁਤ ਹਾਲ ਪਿਆ। ਤੇ ਉਹ ਉੱਥੇ ਕਮਿਸ਼ਨ ਹਾਲੇ ਤੱਕ ਮੇਰੇ ਨਾਲ ਟੱਚ ਕਰਨਲ ਬਣ ਗਏ, ਰਿਟਾਇਰ ਹੋ ਗਏ। ਉਹ ਤੇ ਮੈਂ ਫੌਜ 'ਚ ਵੀ ਮੇਰੇ ਆਪਣਾ ਸੇਵਾਦਾਰ ਵੀ ਇੱਕ ਜਿਹੜਾ ਕਿ ਮੇਰੇ ਨਾਲ ਸੀਗਾ, ਜੋੜੀਦਾਰ ਜਿਹਨੂੰ ਕਹਿੰਦੇ, ਜੀ ਠੀਕ ਹੈ, ਤੇ ਉਹਨੂੰ ਵੀ ਕਮਿਸ਼ਨ ਮਿਲਿਆ ਸੀਗਾ ਥਰੂ ਆਰਮੀ ਕੈਡਟ ਕਾਲਜ, ਉਦੋਂ ਮੈਂ ਕੈਪਟਨ ਸੀ। ਤੇ ਮੇਰਾ ਇਹ ਰਿਹਾ ਸ਼ੌਕ ਕਿ ਬਈ ਕਿਸੇ ਤਰੀਕੇ ਨਾਲ ਜਿੰਨੀ ਵੀ ਮੋਟੀਵੇਸ਼ਨ ਹੋ ਸਕੇ, ਜਿੰਨਾ ਵੀ ਕਰ ਸਕੇ। ਇੱਥੇ ਵੀ ਮੈਨੂੰ ਬੜੇ ਮਿਲਣ ਆਉਂਦੇ ਮੇਰੇ ਲੇਖ ਪੜ੍ਹ ਕੇ ਦੂਜੇ, ਮੈਂ ਕਹਿਣ ਡਿਆ ਕਿ ਉੱਥੇ ਇਹ ਬਹੁਤ ਵੱਡੀ ਪਲੇਸ ਸੀ। ਔਰ ਇੱਕ ਵੱਡਾ ਕੰਮ ਜਿਹੜਾ ਉੱਥੇ ਹੋਇਆ, ਜਦੋਂ ਇੱਕ ਐਕਸਪੀਡੀਸ਼ਨ ਅਸੀਂ ਪਲਾਨ ਕੀਤੀ ਟੂ ਸਟੱਡੀ ਦੀ ਬਾਇਓਡਾਇਵਰਸਿਟੀ ਆਫ ਗੜਵਾਲ ਰੀਜਨ, ਜਿਹਦੇ ਸਾਡੀ ਪਹਿਲੋਂ ਟ੍ਰੇਨਿੰਗ ਹੋਈ ਲਖਨਊ ਯੂਨੀਵਰਸਿਟੀ। ਉਹਦੇ ਵਿੱਚ ਆਯੁਰਵੈਦਿਕ ਡਾਕਟਰ, ਸਾਇੰਟਿਸਟ ਸਾਰੇ ਸੀ, 31 ਮੈਂਬਰ, ਐਂਡ ਬੋਟਨੀ ਸਟੂਡੈਂਟਸ ਆਫ NCC, ਜਿਨ੍ਹਾਂ ਨੂੰ ਇਲਮ ਹੋਏ ਜੜੀ ਬੂਟੀਆਂ ਬਾਰੇ। ਤੇ ਅਧਿਐਨ ਕੀਤਾ ਪੂਰੇ ਅਸੀਂ ਉੱਤਰਾਖੰਡ 'ਚ, ਠੀਕ ਹੈ, ਉਸ ਇਲਾਕੇ ਕਿੱਥੇ ਜੜੀ ਬੂਟੀਆਂ, ਕਿੱਥੇ ਛੋਟੇ ਕਿੱਥੇ ਵੱਡੇ ਹੋ ਗਏ ਉਹ ਮੈਡੀਸੀਨਲ ਪਲਾਂਟ, ਤੇ ਰਾਈਟ ਅਪ ਟੂ ਦੇਖੇ ਵੈਲੀ ਆਫ ਲਾਹੌਰਸ, ਠੀਕ ਹੈ, ਹੇਮਕੁੰਟ ਸਾਹਿਬ ਤੱਕ। ਤੇ ਉਹ ਫਿਰ ਰਿਪੋਰਟ ਦਿੱਤੀ ਸੀ, ਉਹ ਰਿਪੋਰਟ ਅਸੀਂ ਸਬਮਿਟ ਵੀ ਕੀਤੀ, ਉਹਦੀ ਫਲੈਗ ਆਫ ਕੀਤੀ ਸੀ ਰੱਖਿਆ ਮੰਤਰੀ ਆਪਣਾ ਯਾਦਵ ਸਾਹਿਬ ਨੇ, ਮੁਲਾਇਮ ਸਿੰਘ ਯਾਦਵ। ਤੇ ਮੇਰਾ ਮਤਲਬ ਕਹਿਣ ਤੋਂ ਇਹ ਇੱਕ ਬਹੁਤ ਵੱਡੀ ਉਹਦੀ ਪ੍ਰੈਜੈਂਟੇਸ਼ਨ ਦਿੱਤੀ ਗਈ ਫਿਰ ਅਸੀਂ ਨੈਸ਼ਨਲ ਲੈਵਲ ਤੇ, ਕਿਉਂ ਜੜੀਆਂ ਬੂਟੀਆਂ ਜਿਹੜੀਆਂ ਪਹਿਲੋਂ 5000 ਤੇ ਸਨ, ਜਿਹੜੀਆਂ ਦਵਾਈਆਂ ਬੰਦੀਆਂ ਨੇ, ਉਹ 9000 ਤੇ ਕਿਉਂ ਚਲੀ ਗਈਆਂ। ਤਾਂ ਇਹ ਇੱਕ ਐਜ਼ ਏ NCC ਹੈਡ ਹੋਣ ਦੇ ਨਾਤੇ, ਕਿਉਂਕਿ ਮੈਨੂੰ ਸ਼ੌਕ ਸੀਗਾ, ਵੀ ਸ਼ੌਕ ਹੈ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਅਸੀਂ ਦੇਖ ਰਹੇ ਹਾਂ ਕਿ ਹਰ ਤਰ੍ਹਾਂ ਦੇ ਬੂਟੇ, ਸਾਨੂੰ ਤਾਂ ਕਈਆਂ ਦੇ ਨਾਮ ਹੀ ਨਹੀਂ ਪਤਾ ਹੋਣੇ ਜਿਹੜੇ ਤੁਸੀਂ ਲਾ ਰੱਖੇ ਆ। ਔਰ ਇੱਥੇ ਕਮਲ ਦੇ ਬੂਟੇ ਨੇ, ਇੱਥੇ ਸਾਰਾ ਕੁਝ। ਕਾਲੋਂ ਸਾਹਿਬ ਔਰ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਐਂ ਕਹਿ ਲਓ ਕਿ ਕੁਦਰਤ ਦੀ ਗੋਦ 'ਚ ਵੱਸਦਾ ਹੈ। ਔਰ ਜਦੋਂ ਅਸੀਂ ਖੜੇ ਵੀ ਹਾਂ ਤਾਂ ਇੱਥੇ ਬੜਾ ਇੱਕ ਸ਼ਾਂਤਮਈ ਮਾਹੌਲ ਹੈ, ਔਰ ਸਿਰਫ ਕੁਦਰਤ ਦੇ ਨਜ਼ਾਰੇ, ਚਿੜੀਆਂ ਦੀ ਚੀਂ-ਚੀਂ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਅੱਛਾ ਸਰ, ਇਹ ਸ਼ੌਕ ਨਾਲ ਹੀ ਹੈ ਫਿਰ? ਇਹ ਐਕਚੁਅਲੀ ਸ਼ੌਕ ਜਿਹੜਾ ਹੈ, ਮੇਰੀ ਵੱਡੀ ਬੇਟੀ ਜਿਹੜੀ ਹੈ ਨਾ, ਡਾਕਟਰ ਅਮਨਦੀਪ, ਤੇ ਸ਼ੀ ਇਜ਼ ਅ ਸਕਾਲਰ, ਉਹ ਪੰਜਾਬ ਯੂਨੀਵਰਸਿਟੀ 'ਚ ਪੜ੍ਹਾਉਂਦੇ ਰਹੇ ਨੇ, PCS ਅਫਸਰਾਂ 'ਚ ਲੱਗੇ ਰਹੇ ਪਹਿਲੋਂ, ਰਹੇ ਨੇ ਆਪਣਾ ਭਾਰਤ ਪੈਟਰੋਲੀਅਮ 'ਚ ਵੀ। ਤੇ ਪਰ ਹੁਣ ਜ਼ਿਆਦਾ ਸ਼ੌਕ ਉਹਨਾਂ ਦਾ ਬਹੁਤ ਇਹ ਉਹਨਾਂ ਦਾ ਹੈਗਾ। ਤੇ ਗੱਲ ਇਹ ਗੁਰੂ ਦੀ ਕਿਰਪਾ ਜ਼ਰੂਰ ਹੁੰਦੀ ਹੈ ਨਾ। ਪਲੱਸ ਮੇਰੀ ਗ੍ਰੈਂਡ ਡਾਟਰ ਹੈ ਅਨਾਥਪ੍ਰੀਤ, ਤੇ ਉਹ ਇਨਵਾਇਰਮੈਂਟਲਿਸਟ ਬਹੁਤ ਵੱਡਾ ਉਹ ਆਪਣਾ ਪ੍ਰੋਜੈਕਟ ਕਰ ਰਹੀ ਹੈ। ਉਹਨੇ ਉਹਦੀ ਹਾਇਰ ਸਟੱਡੀ ਵਾਸਤੇ ਉਹਨੇ ਇੰਗਲੈਂਡ ਵੀ ਜਾਣਾ। ਇਸ ਤੋਂ ਪਹਿਲਾਂ ਕਿ ਮੈਂ ਦੱਸਾਂ, ਐਜ਼ ਏ UT 'ਚ ਰਹਿੰਦੇ ਹੋਇਆ ਇੱਥੇ ਐਜ਼ ਏ ਪੜ੍ਹ ਰਹੀ ਸੀ ਕਾਰਮਲ ਕਾਨਵੈਂਟ 'ਚ। 4 ਵਾਰੀ ਉਹਨੇ ਜੂਨੀਅਰ ਨੈਸ਼ਨਲ ਲੈਵਲ ਫੁੱਟਬਾਲ ਰਿਪਰੈਜ਼ੈਂਟ ਕੀਤੀ ਹੈ UT, 4 ਵਾਰੀ। 4 ਵਾਰੀ ਉਹਨੇ ਉਹਦੇ 'ਚ ਕੀਤੀ ਹੈ ਆਪਣਾ ਉਹ ਇਹ ਚੈਸ ਦੇ ਵਿੱਚ। ਮੇਰਾ ਮਤਲਬ ਕਹਿਣ ਤੋਂ ਇਹ ਵੀ ਕਿ ਬੱਚਿਆਂ ਦਾ ਉਹਦਾ ਬੜਾ ਸ਼ੌਕ ਹੈ ਨਾਲ ਜੀ ਜੀ। ਤੋ ਇਹ ਸ਼ੌਕ ਜਿਹੜੇ ਨੇ, ਤੇ ਇਹ ਕੁਦਰਤ ਦੇ ਤੌਰ 'ਤੇ ਕੁਦਰਤ ਨਾਲ ਜੁੜਨਾ, ਤੇ ਇੱਕ ਬਹੁਤ ਵੱਡਾ ਮੈਂ ਕਹਿੰਦਾ ਗੁਰੂ ਦੀ ਕਿਰਪਾ ਤੇ ਜੋ ਕੁਝ ਵੀ ਹੈ। ਅੱਛਾ ਸਰ, ਮੈਂ ਜਿਹੜੇ ਵੇਲੇ ਗੱਲ ਕਰ ਰਿਹਾ, ਗੱਲ ਤਾਂ ਤੁਹਾਡੇ ਨਾਲ ਮੈਂ ਕਰ ਰਿਹਾ ਕਿ ਐਜ਼ ਆ ਰਿਟਾਇਰਡ ਬ੍ਰਿਗੇਡੀਅਰ ਔਰ ਇੱਕ ਐਕਸ ਆਰਮੀ ਮੈਨ ਦੇ ਨਾਲ ਗੱਲ ਕਰ ਰਿਹਾ। ਕੀ ਮੈਂ ਇਹ ਕਹਿ ਲਾਂ ਕਿ ਮੈਂ ਇੱਕ ਸਿਆਸਤਦਾਨ ਨਾਲ ਵੀ ਗੱਲ ਕਰ ਰਿਹਾ? ਨਹੀਂ, ਸਿਆਸਤਦਾਨ ਤਾਂ ਨਹੀਂ। ਗੱਲ ਇਹ ਵੇ ਕਿ ਮੈਂ ਐਜ਼ ਏ ਬਤੌਰ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ, ਉਸ ਤੋਂ ਪਹਿਲਾਂ ਮੈਂ ਮੁਲਾਇਮ ਸਿੰਘ ਯਾਦਵ ਨਾਂ ਲੈ ਚੁੱਕਾ, ਬੜੀ ਇੱਜ਼ਤ ਕਰਦੇ ਸੀ, ਤੇ ਮੈਂ ਬਹੁਤ ਕੁਝ ਸਿੱਖਿਆ ਐਜ਼ ਏ ਹੈਡ ਆਫ ਡਿਪਾਰਟਮੈਂਟ ਉੱਤਰ ਪ੍ਰਦੇਸ਼। ਤੇ ਇੱਥੇ ਜਦੋਂ ਮੇਰੀ ਚੋਣ ਹੋ ਗਈ 12 ਬ੍ਰਿਗੇਡੀਅਰ ਚੋਂ, ਜਦੋਂ ਰਿਟਾਇਰ ਹੋਏ ਨਾ ਆਉਂਦੇ ਨੇ ਉੱਤੋਂ ਆਰਮੀ ਹੈਡਕੁਆਟਰ, ਤੇ ਉਹਦੇ ਵਿੱਚ ਮੇਰੀ ਚੋਣ ਹੋ ਗਈ। ਉਸ ਵੇਲੇ ਬਲ ਸਾਹਿਬ ਮੁੱਖ ਮੰਤਰੀ ਸਨ ਜੀ। ਤੇ ਇੱਥੇ ਫਿਰ ਮੈਨੂੰ ਜਿਹੜਾ ਬੋਰਡ ਬੈਠਦਾ ਪੂਰਾ, ਜਿਹਦੇ ਵਿੱਚ ਜਰਨਲ ਇੱਥੋਂ ਦੇ, ਜਰਨਲ ਦਿੱਲੀ ਤੋਂ ਆਉਂਦੇ ਨੇ, ਚੀਫ ਸੈਕਟਰੀ ਹੁੰਦੇ ਨੇ, ਨਾਲ ਸੈਕਟਰੀ ਹੁੰਦੇ ਨੇ। ਤੇ ਮੈਨੂੰ ਸਵਾਲ ਕੀਤਾ ਗਿਆ ਕਿ ਤੁਸੀਂ NCC ਜਦੋਂ ਸੀਗੇ, ਮੈਂ ਆਪਣੀ ਇੱਕ ਪ੍ਰੋਜੈਕਟ ਰਿਪੋਰਟ ਨਾਲ ਲੈ ਗਿਆ ਸੀ, ਤੇ ਉਹਦੇ ਵਿੱਚ ਤੁਹਾਡੀ ਕੀ ਉਪਲਬਧੀਆਂ, ਤੁਸੀਂ ਦੱਸੋ, ਤੁਹਾਡਾ ਇਹ ਕਿਹੜੇ ਡਿਪਾਰਟਮੈਂਟ ਥੱਲੇ ਆਉਂਦੇ ਸੀ? ਐਜੂਕੇਸ਼ਨ ਦੇ ਥੱਲੇ। ਤੇ ਹੁਣ ਜੇ ਤੁਹਾਨੂੰ ਇੱਦਾਂ ਮੌਕਾ, ਕਿੱਦਾਂ ਤੁਸੀਂ ਫੌਜੀਆਂ ਨੂੰ ਸਾਬਕਾ ਫੌਜ ਨਾਲ ਜੋੜੋਗੇ? ਤੇ ਮੈਂ ਉਹਨੂੰ ਦੱਸੀ ਸਾਰੀ ਗੱਲਬਾਤ ਇੰਟਰਵਿਊ 'ਚ ਕਿ ਆਈ ਵਿਲ ਫਸਟ ਪਿਕ ਅਪ ਮਾਈ ਕੀ ਰਿਜ਼ਲਟ ਏਰੀਆ ਕਿ ਆ ਰਿਹਾ ਜਿਹੜਾ ਅਸੀਂ ਪੜ੍ਹਿਆ ਲਿਖਿਆ। ਮੇਰਾ ਕਹਿਣ ਤੋਂ ਮਤਲਬ ਇਹ ਕਿ ਇੱਥੇ ਜਦੋਂ ਮੇਰਾ ਕੰਮ ਦੇਖਿਆ, ਬਾਲ ਸਾਹਿਬ ਨੇ ਪਹਿਲੋਂ, ਮੇਰੇ ਉਦੋਂ ਉਮਰ 54 ਸਾਲ ਸੀਗੀ, ਕਿਉਂਕਿ ਉਦੋਂ ਫੌਜ ਦੀ ਬ੍ਰਿਗੇਡੀਅਰ ਦੀ ਰਿਟਾਇਰਮੈਂਟ 54 ਸੀ, ਅਤੇ ਮੈਨੂੰ 58 ਸਾਲ ਤੱਕ ਨੌਕਰੀ ਕਰਨੀ ਸੀ। ਫਿਰ ਉਤੋਂ ਦੇਸ਼ ਸਨ DGR ਦੇ, ਇੱਕ ਸਾਲ ਕਰਕੇ ਤੁਹਾਨੂੰ ਐਕਸਟੈਂਸ਼ਨ ਮਿਲ ਸਕਦੀ, ਉਹ ਵੀ ਕਹਿੰਦੇ ਉਹ ਬਾਲ ਸਾਹਿਬ ਨੇ 2 ਦਫਾ ਮੈਨੂੰ ਇੱਕ ਕਰਕੇ 60 ਤੱਕ ਮੈਂ ਨੌਕਰੀ ਕੀਤੀ। ਮੈਂ ਕੈਪਟਨ ਸਾਹਿਬ ਨੇ ਵੀ ਨੌਕਰੀ ਕੀਤੀ ਹੈ ਜੀ, ਕੈਪਟਨ ਅਮਰਿੰਦਰ ਸਾਹਿਬ ਨਾਲ, ਵੈਸੇ ਵੀ ਨਾਲ ਮੇਰੇ ਤੋਂ ਅੱਗੇ ਸੀਗਾ, ਆਇਆ ਮੇਰੇ ਥੋੜ੍ਹਾ ਚਿਰ।
ਤੇ ਜਦੋਂ ਮੈਂ ਰਿਟਾਇਰ ਹੋਇਆ ਤੇ ਕੈਪਟਨ ਕਮਲਜੀਤ ਦੇ ਕਹਿਣ ਤੇ ਮੈਨੂੰ ਕਹਿੰਦੇ ਸਿਆਸਤ ਜੁਆਇਨ ਕਰ ਲਓ, ਤੇ ਮੈਨੂੰ ਬਾਲ ਸਾਹਿਬ ਨੇ ਲੱਖਾਂ ਦੀ ਗਿਣਤੀ 'ਚ ਉੱਥੇ ਅਨੰਦਪੁਰ ਸਾਹਿਬ ਹੋਲ ਅਮਲ ਤੇ ਮੈਨੂੰ ਇੰਡਕਟ ਕਰ ਲਿਆ। ਤੇ ਮੈਂ ਸਮਝਦਾ ਕਿ ਮੈਂ ਕਿਉਂਕਿ ਐਜ਼ ਏ ਡਾਇਰੈਕਟਰ ਮੈਂ ਤਾਂ ਗਿਆ ਸੈਨਿਕ ਵੈਲਫੇਅਰ, ਮੈਂ ਦੇਖਿਆ ਜੇ ਕੁਝ ਮੈਂ ਉਸ ਵੇਲੇ ਹਾਸਲ ਕਰ ਚੁੱਕਿਆ ਸਭ ਤੋਂ ਵੱਡੀ ਉਪਲਬਧੀ ਜਿਹੜੀ ਕਿ ਉਸ ਵੇਲੇ ਸੀਗੀ, ਉਹ ਸੀ ਕਾਰਗਿਲ ਵਾਰ ਦੇ ਟਾਈਮ ਦੇ ਉੱਤੇ ਇੱਕ ਨੀਤੀ ਤਿਆਰ ਕਰਨਾ। ਬਾਦਲ ਸਾਹਿਬ ਨੇ ਕੰਮ ਦੱਸਿਆ ਕਿ ਥਰੂ ਚੈਨਲ ਤੇ ਆਉਣਾ, ਚੀਫ ਸੈਕਟਰੀ ਦੇ ਥਰੂ ਸੈਕਟਰੀ ਦੀ ਇੱਕ ਨੀਤੀ ਤਿਆਰ ਕਰ, ਨੀਤੀ ਕੋਈ ਹੈ ਨਹੀਂ ਸੀ। ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਰੀਸੈਟਲਮੈਂਟ, ਰੀਹੈਬਿਲਿਟੇਸ਼ਨ, ਆਰਥਿਕ ਪੈਕੇਜ ਜੋ ਵੀ ਹੈ ਉਹ ਸਾਰਾ ਕੁਝ ਉਹਨਾਂ ਦੀ ਇੱਕ ਅਸ਼ੋਰ ਜਾਬ। ਤੇ ਉਹ ਤੇ ਜੇ ਨੀਤੀ ਨਾ ਹੁੰਦੀ ਤੇ 48 ਘੰਟੇ ਨੀਤੀ ਤਿਆਰ ਕਰਕੇ ਜਦੋਂ ਉੱਪਰ ਗਈ ਤੇ ਇੱਕ ਕੈਬਨਿਟ ਟਰੰਕੇਟਡ ਕੈਬਨਿਟ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਮੈਨੂੰ ਸੱਦਿਆ ਗਿਆ ਸਾਥ ਨੂੰ, ਜਿਸ 'ਚ ਫਾਈਨਾਂਸ ਮਿਨਿਸਟਰ ਕੈਪਟਨ ਕਮਲਜੀਤ, ਜਨਵੇਜਾ ਸਿੰਘ ਸੇਖ ਹੋਮ ਇਹ ਸੀਗੇ। ਤੇ ਉੱਥੇ ਬਿਊਰੋਕ੍ਰੇਸੀ ਉਹ ਕਹਿਣ ਲੱਗੇ ਕਿ ਇਹ ਸਿਰਫ ਕਾਰਗਿਲ ਦੀ ਜੰਗ ਦੇ ਟਾਈਮ ਤੇ ਲਾਗੂ ਹੋਣੀ ਚਾਹੀਦੀ। ਬਾਲ ਸਾਹਿਬ ਕਹਿੰਦੇ ਨਹੀਂ, ਇਹ ਡਾਇਰੈਕਟਰ ਸਾਹਿਬ ਜੋ ਕਹਿੰਦੇ ਨੇ ਨਾ ਉਹ ਠੀਕ ਹੈ, ਕਿ ਅੱਗੋਂ ਵੀ ਜਿਹੜਾ ਆਪਰੇਸ਼ਨ ਜਿਹੜਾ ਕਿ ਹੁਣ ਗਲਵਾਨ ਘਾਟੀ 'ਚ ਹੋਇਆ ਜਾਂ ਇੱਥੇ ਤਬਾਂਗ ਹੋ ਗਿਆ ਜਾਂ ਹੁਣ ਹੋ ਰਿਹਾ ਜਾਂ ਉੱਥੇ ਇੱਥੇ ਪੁੰਛ ਹੋਇਆ, ਤੇ ਉਹਨਾਂ ਦੇ ਅਗਰ ਬੈਟਲ ਕੈਜੁਅਲਟੀ ਆਉਂਦੀ ਹੈ ਤੇ ਉਹ ਸਿਰਫ ਆਪਰੇਸ਼ਨ ਉਹ ਫੌਜ ਕਹਿੰਦੀ ਹੈ ਤੇ ਉੱਥੇ ਮਿਲਿਆ, ਤੇ ਤਾਂ ਇਹ ਮਿਲ ਰਿਹਾ ਹੁਣ। ਅੱਛਾ, ਬਾਲ ਸਾਹਿਬ ਉਹ ਇਹ ਕਹਿ ਲਈਏ ਕਿ ਉਹ ਪਾਲਿਸੀ ਜਿਹੜੀ ਬਣੀ ਜਿਹਦੇ ਤਹਿਤ ਹੁਣ ਵੀ 1 ਕਰੋੜ ਰੁਪਇਆ ਉਹਨਾਂ ਜਵਾਨਾਂ ਤੇ ਕਰ, ਉਸ ਪਾਲਿਸੀ ਦੇ ਅਧੀਨ ਹੈ। ਦੇਖੋ ਤੁਹਾਡੇ ਹੱਥੀਂ ਬਣੀ, ਦੇਖੋ ਉਹ ਹੈਗੀ ਹੈ ਰਵੀ ਜੀ, ਉਹ ਦੇਖੋ ਪਹਿਲਾਂ 5 ਲੱਖ ਤੋਂ ਸ਼ੁਰੂ ਹੋਈ ਪੈਕੇਜ, ਕਰਦਿਆਂ ਕਰਨਾ 1 ਕਰੋੜ, ਕੋਈ ਆਸਾਨ ਨਹੀਂ, ਉਹ ਪਾਲਿਸੀ ਕਰਕੇ ਜੀ ਮਤਲਬ ਤੇ ਹੈ ਹੀ ਸੀਗਾ। ਪਰ ਅਸ਼ੋਰ ਜੌਬ ਵੀ ਹਾਲੇ ਤੱਕ ਸੰਪਰਕ ਨੇ ਜਿਹੜੇ ਕਿ ਕੋਈ ਮੇਰੇ ਨਾਲ ਜਿਹੜੇ ਕਿ ਕੱਲ। ਦੂਜੀ ਵੱਡੀ ਗੱਲ ਜਿਹੜੀ ਮੈਂ ਕੀਤੀ, ਜਿਹੜੀ ਤੁਸੀਂ ਸਿਆਸਤ ਗੱਲ ਕੀਤੀ ਹੈ, ਮੈਂ ਤਾਂ ਜੁਆਇਨ ਕੀਤਾ। ਦੂਜੀ ਵੱਡੀ ਗੱਲ ਕਿ ਫੌਜੀਆਂ ਵਾਸਤੇ ਪੂਰੇ ਪੰਜਾਬ ਦੇ ਵਿੱਚ ਰੈਂਟ ਕੰਟਰੋਲ ਐਕਟ 300 ਲੱਗੇ ਸਾਡੇ ਬਤੌਰ ਡਾਇਰੈਕਟਰ ਦੀ, ਔਰ ਬਾਅਦ 'ਚ ਵੀ ਜੋ ਮੈਂ ਸਿਆਸਤ ਜੁਆਇਨ ਕਰ ਲਈ ਇਹਨਾਂ ਦੇ ਨਾਲ, ਤੇ ਉਹ ਰੈਂਟ ਕੰਟਰੋਲ ਤਰਮੀਮ ਕਰਕੇ ਹੁਣ ਜਿਹੜੇ ਹਾਊਸ ਟੈਕਸ ਹੈ ਮਾਫ ਹੈ ਸਾਰੇ ਫੌਜੀਆਂ ਨੂੰ। ਰਿਟਾਇਰਮੈਂਟ ਹੁਣ ਸਰਵਿਸ ਹਾਊਸ ਟੈਕਸ ਮਾਫ ਪੰਜਾਬ ਦੇ ਵਿੱਚ, ਕਈ ਹੋਰ ਮਹਾਰਾਸ਼ਟਰ ਵਗੈਰਾ ਸੀਗਾ। ਪਰ ਮੇਰਾ ਕਹਿਣ ਤੋਂ ਮਤਲਬ ਇਸ ਕਰਕੇ ਫਿਰ ਮੈਂ ਸਿਆਸਤ ਜੁਆਇਨ ਕੀਤੀ। ਉਹ ਗੱਲ ਇਹ ਵੇ ਕਿ ਬਹੁਤ ਉਹਨਾਂ ਨੂੰ ਇਹ ਚੀਜ਼ਾਂ ਸਿਆਸਤ ਦੇ ਵਿੱਚ ਆਉਣ ਤੋਂ ਬਾਅਦ ਤੁਸੀਂ ਕਰਵਾਈਆਂ? ਨਾ ਇਹਦੀ ਸ਼ੁਰੂਆਤ ਐਜ਼ ਏ ਡਾਇਰੈਕਟਰ ਜਿਹੜੀ ਐਜ਼ ਅ ਡਾਇਰੈਕਟਰ ਕਰ ਚੁੱਕੇ ਸੀ। ਐਜ਼ ਏ ਡਾਇਰੈਕਟਰ ਤੇ ਜਿਹੜੀ ਇਹ ਕਿ ਗ੍ਰੈਟੀਟਿਊਡ ਐਂਡ ਆਨਰ ਜਿਹੜੀ ਪਾਲਿਸੀ ਬਣੀ ਜਿਹੜੀ ਕਾਰਗਿਲ ਟਾਈਮ ਤੋਂ, ਉਦੋਂ ਮੈਂ ਡਾਇਰੈਕਟਰ ਸੀ। ਉਦੋਂ ਜਦੋਂ ਮੇਰੀ ਗੱਲ ਮੰਨ ਲਈ, ਉੱਥੇ ਲਿਖਤ ਭੇਜੀ, ਪੜ੍ਹਿਆ ਸੀ ਉਹਨਾਂ ਨੇ ਕਿ ਅੱਗੋਂ ਲੱਗ, ਬਿਕੋਜ਼ ਹੀ ਵਾਜ਼ ਅ ਗ੍ਰੇਟ ਵਿਸ਼ਨਰੀ। ਉਹਨਾਂ ਦਾ ਬਹੁਤ ਵੱਡਾ ਵਿਸ਼ਨ ਸੀਗਾ ਕਿ ਕੀ ਕਰਨਾ, ਸਾਰਿਆਂ ਨੂੰ ਰਲ ਮਿਲ ਕੇ ਲਿਜਾਣ ਦਾ ਉਹਨਾਂ ਬਾਰੇ। ਤੇ ਜਿਹਨੇ ਵੀ ਚਰਚਾ ਕੀਤੀ ਜਾਏ ਉਹਨਾਂ ਘੱਟ ਹੋਏਗੀ। ਮੈਂ ਕਹਿੰਦਾ ਕਿ ਮੈਂ ਉਸ ਪੱਖੋਂ ਤਾਂ ਮੈਂ ਜੁਆਇਨ ਕੀਤਾ ਸੀ ਤੇ ਜਦ ਉਦੋਂ ਬਾਅਦ ਫਿਰ ਰੈਂਟ ਕੰਟਰੋਲ ਐਕਟ ਕਰਦਿਆਂ ਜਦੋਂ ਮੈਂ ਸਿਆਸਤ 'ਚ ਆ ਗਿਆ ਤਾਂ ਹੋਇਆ ਜਾ ਕੇ। ਸ਼ੁਰੂਆਤ ਪਹਿਲਾਂ ਹੋ ਗਈ ਸੀ ਜੀ। ਇੱਦਾਂ ਹੋਰ ਕਈ ਉਪਲਬਧੀਆਂ ਜਿਹੜੀ ਕੋਲ, ਇਸ ਕਰਕੇ ਮੈਂ ਇੱਜ਼ਤ ਮਾਨ ਦੇਣੀ। ਸਾਡਾ ਇੱਥੇ ਦੇਖੋ ਉੱਥੇ ਅਕੈਡਮੀ ਸੀਗੀ ਹੋਰ ਜਗ੍ਹਾ, ਤੇ ਮੇਰੇ ਡਿਪਟੀ ਡਾਇਰੈਕਟਰ ਸੀ ਕਰਨਲ ਮਨਮੋਹਨ ਸਿੰਘ ਜਲੰਧਰ, ਤੇ ਉਹਨਾਂ ਨੂੰ ਬਾਲ ਸਾਹਿਬ ਬੜਾ ਕਈ ਵਾਰ ਸੱਦੇ ਸੀ ਮੇਰੇ ਉੱਥੇ ਐਡਰੈਸ ਕਰਨ ਵਾਸਤੇ, ਦੂਜੇ ਕਰਨ ਵਾਸਤੇ। ਬੜਾ ਸ਼ੌਕ ਸੀਗਾ ਉਹਨਾਂ ਨੂੰ ਕਿ ਫੌਜੀਆਂ ਵਾਸਤੇ। ਮੈਨੂੰ ਕਹਿੰਦੇ ਸੀ ਦੱਸੋ ਹੋਰ ਮੈਂ ਕੀ ਕਰ ਸਕਦਾ, ਇਹ ਕਹਿੰਦੇ ਹੁੰਦੇ ਸੀ ਬਾਲ ਸਾਹਿਬ ਕਹਿੰਦੇ ਸੀ। ਹਾਂ ਇੱਜ਼ਤ ਮਾਨ ਬੜੀਆਂ ਇੰਸਟਰਕਸ਼ਨ ਜਾਰੀ ਹੋਈਆਂ ਉਸ ਵੇਲੇ ਕਿ ਇਹਨਾਂ ਨੂੰ ਇੱਜ਼ਤ ਮਾਨ ਬੰਦਾ ਮਿਲਣਾ ਚਾਹੀਦਾ। ਸਾਰੇ ਫੌਜੀ ਰਿਟਾਇਰ ਨੂੰ ਕੋਈ ਪੁੱਛਦਾ ਨਹੀਂ, ਹਾਲੇ ਵੀ ਨਹੀਂ ਪੁੱਛਦੇ ਵੈਸੇ ਤੇ, ਉਹ ਇੰਸਟਰਕਸ਼ਨਾਂ ਜਾਰੀ ਹੋਈਆਂ ਹੋ ਰਹੀਆਂ, ਪਰ ਮਗਰ ਪੁੱਛ ਗਿੱਛ ਕੋਈ ਨਹੀਂ ਹੈ ਨਹੀਂ। ਤੇ ਫਿਰ ਦੇਖੋ ਉਹਨਾਂ ਨੇ ਸਾਡੀ ਸਹਾਇਤਾ, ਸ਼ੁਰੂਆਤ ਹੋ ਗਈ OROP, ਅਸੀਂ ਸੰਘਰਸ਼ ਕੀਤਾ। OROP 'ਚ ਤਾਂ ਖੈਰ ਸਾਡੀ ਮਦਦ ਜਿਹੜੀ ਸੀ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ, ਕਿਉਂਕਿ ਉਹ ਕੌਮੀ ਪੱਧਰ ਦੇ ਉੱਤੇ ਉਹ ਮੁੱਦਾ ਸੀਗਾ ਜਿਹੜੀ ਦੇਸ਼ ਦੀ ਸਰਕਾਰ ਦੇ ਨਾਲ, ਇਹ ਤੇ ਸਟੇਟ ਲੈਵਲ ਦੀਆਂ ਗੱਲਾਂ ਤੇ ਜੀ। ਇਸ ਵਾਸਤੇ ਮੈਂ ਫਿਰ ਛੱਡ ਕੇ ਜੋ ਦੇਖਿਆ ਕਿ ਇਹ ਸਾਡੇ ਕੁਝ ਜਹੇਦਾਰ ਨਹੀਂ ਸੀ ਕੰਫਰਟੇਬਲ ਫੀਲ ਕਰਦੇ, ਤੇ ਉਹ ਨਹੀਂ ਚਾਹੁੰਦੇ ਮੇਰੇ ਵਾਲਾ ਬੰਦਾ ਕੋਈ ਅੱਗੇ ਆਏ। ਤੋ ਅਸੀਂ ਫਿਰ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਨਾਲ ਪੋਲੀਟੀਕਲ, ਅਸੀਂ ਉਹਦੇ ਨਾਲ ਜਿਹੜਾ ਸਾਡੇ ਨਾਲ ਸਾਡਾ ਆਪਣਾ ਵੋਟ ਬੈਂਕ ਹੈ, ਅਸੀਂ ਇਨਫਲੂਐਂਸ ਕਰਦੇ ਹਾਂ ਬੈਠੇ, ਅਸੀਂ ਫੈਸਲਾ ਕਰਦੇ ਹਾਂ। ਸਾਡੀ ਸ਼ੈਡੋ ਕੈਪਟਨ ਇਲੈਕਸ਼ਨ ਤੋਂ ਪਹਿਲਾਂ ਕਰਦੇ ਹਾਂ ਅਸੀਂ ਕਿਹਦੇ ਨਾਲ ਚੱਲਣਾ। ਬਿਲਕੁਲ ਸਰ, ਹੁਣ ਮੈਂ ਆਉਣਾ ਜਿਹੜਾ ਹਾਲ ਹੀ ਦੇ ਵਿੱਚ ਇਨਸੀਡੈਂਟ ਵਾਪਰਿਆ ਪੁੰਛ ਦੇ ਵਿੱਚ। ਹਾਲ ਹੀ ਦੇ ਵਿੱਚ ਇੱਕ ਵੱਡਾ ਇਨਸੀਡੈਂਟ ਸੀ, ਸਿੱਧਾ ਅਟੈਕ ਸੀ, ਔਰ ਗੱਡੀ ਨੂੰ ਪੂਰੀ ਨੂੰ ਉਡਾ ਦੇਣਾ, ਔਰ 4 ਜਵਾਨ ਸਾਡੇ ਪੰਜਾਬ ਦੇ ਸ਼ਹੀਦ ਹੋਏ ਨੇ ਉਸ ਮਾਮਲੇ 'ਚ। ਇਹਦੇ ਬਾਰੇ ਸਾਨੂੰ ਕੀ ਕੁਝ ਤੁਸੀਂ ਦੱਸ ਸਕਦੇ ਹੋ? ਬੇਸਿਕਲੀ
ਕਿ ਏਰੀਆ ਕਿਸ ਟਾਈਪ ਦਾ ਏਰੀਆ ਹੈ? ਤੁਹਾਡੀਆਂ ਪੋਸਟਿੰਗ ਰਹਿ ਚੁੱਕੀਆਂ ਨੇ, ਤੁਸੀਂ ਲੰਬਾ ਸਮਾਂ ਪੁੰਛ ਦੇ ਵਿੱਚ ਗੁਜ਼ਾਰਿਆ, ਔਰ ਇਹਨਾਂ ਹਾਲਾਤਾਂ ਦੇ ਵਿੱਚ ਮਤਲਬ ਸਰਵਾਈਵ ਕਰਨਾ ਉੱਥੋਂ ਦੇ ਲੋਕਾਂ ਨੂੰ ਜਾਂ ਆਰਮੀ ਨੂੰ ਬਹੁਤ ਵੱਡਾ ਇੱਕ ਚੈਲੰਜ ਵੀ ਆ। ਸਾਨੂੰ ਇਸ ਹਮਲੇ ਦੇ ਬਾਰੇ ਤੁਸੀਂ ਕੀ ਕੁਝ ਦੱਸ ਸਕਦੇ ਹੋ ਬਹੁਤ ਕਿ ਅਹਿਮ ਕਿੱਥੇ ਸਵਾਲ ਗੱਲ ਖੜੀ ਕਿੱਥੇ, ਔਰ ਕੀ ਕਿਸੇ ਦੀ ਕੋਈ ਕਮੀ ਰਹੀ ਜਾਂ ਕਿਸੇ ਦੀ ਕੋਈ ਅਣਗਹਿਲੀ ਰਹੀ? ਬਹੁਤ ਅਹਿਮ ਸਵਾਲ ਹੈ ਰਵੀ ਤੁਹਾਡਾ। ਇਹ ਜੰਮੂ ਰਜੌਰੀ ਪੁੰਛ ਹਾਈਵੇ ਜਿਹੜੀ ਹੈ ਨਾ, ਇਟ ਪਾਸਿਸ ਥਰੂ ਸਮ ਨੈਰੋ ਏਰੀਆਜ਼, BG KG, ਉਧਰ ਮਹਿੰਦਰ ਹੋ ਜਾਂਦਾ, ਇੱਧਰ ਇੱਕ ਸੂਰਨਕੋਟ ਜਗ੍ਹਾ ਆਉਂਦੀ ਹੈ, ਸੂਰਨਕੋਟ 'ਚ ਹੋ ਗਏ ਇਸ ਇਲਾਕੇ 'ਚ। ਕਿਉਂਕਿ ਸਾਡਾ ਬ੍ਰਿਗੇਡ ਹੈੱਡਕੁਆਟਰ ਰਜੌਰੀ ਸੀ, ਕਿ ਮੇਰੀ ਪਲਟਨ ਪੁੰਛ ਸੀ, ਸੈਂਕੜੇ ਵਾਰੀ ਕਿਉਂਕਿ ਬ੍ਰਿਗੇਡ ਹੈੱਡਕੁਆਟਰ ਜਾਣਾ ਪੈਂਦਾ ਸੀ, ਮੈਂ ਇਕੱਲੀ ਗੱਡੀ 'ਚ ਵੀ ਜਾਂਦਾ ਰਿਹਾ। ਉਦੋਂ ਕੋਈ ਅੱਤਵਾਦ ਦਾ ਕੋਈ ਜ਼ੋਰ ਨਹੀਂ ਸੀ, ਮਾੜਾ ਮੋਟਾ ਇੰਸੀਡੈਂਟ ਹੁੰਦਾ ਸੀ। ਮਗਰ ਸੂਰਨਕੋਟ ਜਗ੍ਹਾ ਇੱਕ ਐਸੀ ਹੈ ਜਿੱਥੋਂ ਕਿ ਮੈਂ ਆਇਡੈਂਟੀਫਾਈ ਕੀਤਾ, ਤੇ ਪਹਿਲਾ ਕੰਮ ਹੀ ਮੈਂ ਕੀਤਾ ਸੀ ਜਦੋਂ ਮੈਂ ਯੂਨਿਟ ਪੁੰਛ ਲੈ ਗਿਆ। ਰੈਜੀਮੈਂਟਲ ਆਰਡਰ ਪਬਲਿਸ਼ ਹੁੰਦੇ ਨੇ ਕਿ ਕੋਈ ਵੀ ਇੱਥੇ ਆ ਕੇ ਕੋਈ ਸਮਾਨ ਨਹੀਂ ਖਰੀਦੇਗਾ। ਮੈਨੂੰ ਪਤਾ ਲੱਗਿਆ ਇੱਥੇ ਫੋਰਨ ਗੁੱਡਸ ਹੁੰਦੀਆਂ ਨੇ, ਹੁਣ ਤੇ ਆਉਣ ਲੱਗ ਪਈਆਂ ਸਾਰੀ ਜਗ੍ਹਾ। ਉਹ ਇਹ ਆਰਡਰ ਹੋ ਗਿਆ ਉੱਥੇ। ਮੈਨੂੰ ਫਿਰ ਇੱਕ ਵਾਰੀ ਸਾਡੇ 83 ਤੋਂ ਲੈ ਕੇ 86 ਤੱਕ ਉੱਥੇ ਪੁੰਛ। ਫਿਰ ਮੈਂ 89-90 'ਚ ਮੈਨੂੰ ਡਿਪਟੀ ਬ੍ਰਿਗੇਡ ਕਮਾਂਡਰ ਰਜੌਰੀ 'ਚ, ਅਤੇ ਉੱਥੇ ਐਜ਼ ਏ ਕੰਮ ਕਰਨਾ। ਮੈਂ ਸਾਰੀਆਂ ਪਹਾੜੀਆਂ ਜਾਣਦਾ, ਸਭ ਕੁਝ ਜਾਣਦਾ। ਇਹ ਇੱਕ ਵੈਲ ਪਲੈਨਡ ਸਾਜ਼ਿਸ਼ ਪਾਕਿਸਤਾਨ ਦੀ, ਬਿਲਕੁਲ ISI ਹੋਏ, ਫੌਜ ਹੋਏ, ਉਹਨਾਂ ਦੇ ਨਾਲ ਉਹਨਾਂ ਦੀ ਨਾਲ ਮਦਦ ਕੀ, ਸਿੱਧੀ ਇਨਵੋਲਵਮੈਂਟ ਨਾਲ ਚਾਈਨਾ ਦੀ ਹੈਗੀ ਹੈ। 7.62 ਮਿਲੀਮੀਟਰ ਜਿਹੜੀ ਗਨ ਸਮਝ ਕੋ ਚਾਈਨਾ ਮੇਡ ਹੈ। ਜਿਹੜੀਆਂ ਉਹਨਾਂ ਨੇ ਜਿਹੜੀ ਬੁਲਟ ਇਸਤੇਮਾਲ ਕੀਤੀ, ਸਟੀਲ ਬੁਲੇਟਸ, ਉਹ ਟੈਂਕ ਉਡਾਉਣ ਵਾਸਤੇ ਗੱਡੀ ਦਾ, ਉਹ ਵੀ ਚਾਈਨਾ ਦੀ, ਮੇਡ ਇਨ ਚਾਈਨਾ। ਹਾਂ, ਅੱਛਾ। ਫਿਰ ਇਹ ਕੋਈ ਇੱਥੇ ਪਹਿਲੀ ਵਾਰੀ ਨਹੀਂ, ਇਹ 15 ਅਕਤੂਬਰ ਪਿਛਲੇ ਸਾਲ, ਉਦੋਂ ਵੀ ਸਾਡੇ 4 ਜਵਾਨ ਇੱਥੇ ਸ਼ਹੀਦ ਹੋ ਗਏ ਸਨ ਇਸ ਇਲਾਕੇ 'ਚ, ਔਰ ਫਿਰ ਉਹ ਜੰਗਲਾਂ 'ਚ ਉਸ ਪਾਸੇ ਨੂੰ ਨਿਕਲ ਗਏ। ਹੁਣ ਜੇ ਉੱਥੇ ਗੱਡੀ 'ਚ ਬੈਠ ਕੇ ਅੱਤਵਾਦੀ ਹਮਲੇ ਕਰਨ ਤੋਂ ਬਾਅਦ ਚਲੇ ਗਏ ਦਿਨ ਦਿਹਾੜੇ, ਠੀਕ ਹੈ। ਇਹ ਗੱਡੀ ਉਹਨਾਂ ਨੇ, ਸਾਡੀ ਗੱਡੀ ਦੂਜੀ ਅੱਗੇ ਚਲੀ, ਕਿੱਥੇ ਚਲੀ ਗਈ ਉਹ ਤੇ ਫੌਜ ਇਨਕੁਆਇਰੀ ਕਰ ਰਹੀ ਹੈ। ਮਗਰ ਉਹਨਾਂ ਨੂੰ ਪੂਰਾ ਇਲਮ ਸੀਗਾ ਕਿ ਇੱਥੋਂ ਗੱਡੀ ਜਾਣੀ ਹੈ, ਇੱਥੋਂ ਚੱਲਣੀ ਹੈ, BG ਤੋਂ ਨਿਕਲ ਕੇ ਇਫਤਾਰ ਵਾਸਤੇ ਉਹ ਕੋਈ ਰਾਸ਼ਨ ਪਾਣੀ ਜਾ ਰਹੇ ਸੀ, ਪਾਰਟੀ ਕਰਨੀ ਸੀਗੀ ਉਹਨਾਂ ਵਾਸਤੇ। ਮਗਰ ਇਹ ਸਾਰੀ ਵੈਲ ਪਲੈਨਡ, ਇਹ ਪੱਕਾ ਉੱਥੋਂ ਦੀ ਸਥਾਨਕ ਸਹਾਇਤਾ ਤੋਂ ਬਗੈਰ ਕੁਛ ਨਹੀਂ ਹੋ ਸਕਦਾ। ਔਰ ਹੋਇਆ ਵੀ ਉੱਥੇ ਪਾਕਿਸਤਾਨ ਦੀ ਸੈਨਿਕ ਸਹਾਇਤਾ, ਪਾਕਿਸਤਾਨ ਦੀ ਤਾਂ ਹੈ ਹੀ ਹੈ, ਪਰ ਲੋਕਲ ਵੀ ਜਿਹੜੇ ਜੰਮੂ ਕਸ਼ਮੀਰ, ਜਿਹੜੇ ਪੁੰਛ ਇਲਾਕੇ ਜਾਂ ਕਹਿ ਦਿਓ ਸੂਰਨਕੋਟ, ਜਾਂ ਕਹਿ ਦਿਓ ਇਸ ਇਲਾਕੇ, ਹਾਂ ਕਿਤੇ ਵੀ ਹੋਏ ਜੰਮੂ ਕਸ਼ਮੀਰ 'ਚ ਸਾਰੀ ਜਗ੍ਹਾ, ਜੇ ਕੋਈ ਇੱਦਾਂ ਦੇ ਹਮਲੇ ਹੁੰਦੇ ਨੇ, ਇੱਦਾਂ ਦੇ ਹਮਲੇ ਤੇ ਪ੍ਰੋਕਸੀ ਵਾਲ ਤੇ ਚੱਲ ਹੀ ਰਹੀ ਹੈ ਕਿ ਉਹ ਤੇ ਦੇਖੋ ਉੱਥੋਂ ਦੀ ਲੋਕਲ ਸਹਾਇਤਾ ਕੀ ਮਿਲ। ਹੁਣ ਉਹਨਾਂ ਨੂੰ ਗੱਡੀ ਮਿਲ ਗਈ, ਇਹਦਾ ਮਤਲਬ ਕਿ ਆ ਕੇ ਇੱਕ ਦਿਨ ਉਸੇ ਦਿਨ ਥੋੜ੍ਹੀ ਆਏ ਸੀ, 2-3 ਦਿਨ ਪਹਿਲੋਂ ਆਏ, ਇਕੱਠੇ ਹੋਏ। ਡਰੋਨ ਦੇ ਰਸਤੇ ਜੇ ਉਹਨਾਂ ਨੂੰ ਹਥਿਆਰ ਮਿਲੇ, ਇਕੱਠੇ ਕਰਕੇ ਕਿੰਨੇ ਦਿੱਤੇ। ਫਿਰ ਇਹ ਵਾਰਦਾਤ 3 ਪਾਸਿਓਂ ਅਟੈਕ ਕਰਨ ਦੇ ਬਾਅਦ ਉਹ ਗੱਡੀ 'ਚ, ਕਿਹੜੀ ਗੱਡੀ 'ਚ ਗਏ, ਕਿੱਥੇ ਭੱਜ ਕੇ ਚਲੇ ਗਏ। ਗੱਡੀ ਤੇ ਨੈਰੋ ਰਸਤਾ ਹੈ, ਉਸ ਇਲਾਕੇ ਜਿੱਥੇ ਹੋਇਆ ਕੂਣੀ ਜੀ ਹੈ, ਇੱਦਾਂ ਬਲਾਈਂਡ ਕਾਰਨਰ, ਛੋਟੀ ਸੜਕ ਹੈ। ਮੈਨੂੰ ਪਤਾ ਐਜ਼ ਏ ਡਿਪਟੀ ਬ੍ਰਿਗੇਡ ਕਮਾਂਡਰ, ਉਦੋਂ ਮੇਰੀ ਅਫੀਸ਼ੀਏਟਿੰਗ ਬ੍ਰਿਗੇਡ ਕਮਾਂਡਰ ਸੀ, ਉਦੋਂ ਮੇਰੀ ਝੜੀ ਲੱਗੀ ਸੀ, ਮੇਰੀ ਗੱਡੀ 3 ਵਾਰੀ ਉਲਟੀ, ਬੜੀ ਮੁਸ਼ਕਿਲ ਨਾਲ ਬਚੇ। ਉਹ ਪੁੰਛ ਡਿੱਗ ਪੈਣੀ ਸੀ, ਇਹੋ ਜਿਹਾ ਇਲਾਕਾ। ਉਹ ਕੇ ਫਿਰ ਉਹ ਪਹਾੜੀ ਵੱਲ ਲੱਗੇ ਜਿੱਥੇ ਇੰਸੀਡੈਂਟ ਹੋਇਆ। ਮੇਰਾ ਕਹਿਣ ਤੋਂ ਮਤਲਬ ਹੈ ਕਿ ਉੱਥੇ ਲੋਕਲ ਸਪੋਰਟ ਦੇ ਨਾਲ ਹੋਇਆ। ਫਿਰ ਹੁਣ ਕਿੱਥੇ ਸਾਰੀ ਮੁਹਿੰਮ ਲੱਗੀ ਹੈ, ਡਰੋਨ ਲੱਗੇ ਨੇ, ਪੈਰਾਮਿਲਟਰੀ ਫੋਰਸ, ਆਪਣੀਆਂ ਫੋਰਸ ਲੱਗੀਆਂ ਨੇ, ਉੱਥੇ ਸਾਡੇ ਆਪਣੇ ਸਨਿਫਰ ਡੌਗ ਲੱਗੇ ਨੇ, ਅਤੇ ਉੱਥੇ ਪਹਿਲੋਂ ਵੀ ਨਿਕਲ ਗਏ। ਅੱਛਾ, ਇਸ ਪਾਸੇ ਕੰਸਨਟ੍ਰੇਸ਼ਨ ਕਰ ਰਹੇ ਨੇ। ਕਿਉਂ? 1 ਜਨਵਰੀ 2 ਜਨਵਰੀ ਨੂੰ ਉਹਨਾਂ ਰਜੌੜੀ ਦੇ ਉੱਥੇ ਪਿੰਡ 'ਚ 4 ਸਿਵਲੀਅਨ ਮਾਰੇ ਗਏ ਸੀ ਹਿੰਦੂ ਕਮਿਊਨਿਟੀ ਦੇ। ਅਤੇ ਮੇਰਾ ਮਤਲਬ ਕਿ ਉਹ ਫਿਰ ਉਦੋਂ ਦਿਨ ਦਿਹਾੜੇ, ਉਦੋਂ ਬਾਅਦ ਫਿਰ ਉਹਨਾਂ ਨੇ ਇੱਕ ਧਮਾਕਾ ਕੀਤਾ, ਉੱਥੇ ਧਮਾਕਾ ਕੀਤਾ, ਉਹਦੇ ਵਿੱਚ ਦੋ ਬੱਚੇ ਮਾਰੇ ਗਏ ਰਜੌੜੀ ਦੀ ਮੈਂ ਗੱਲ ਕਰਨੀ। ਅਤੇ ਇਹ ਇਲਾਕਾ ਜਿਹੜਾ ਹੈ ਇਸ ਵੇਲੇ, ਕਿਉਂਕਿ ਉੱਧਰ ਦਬਾਅ ਹੈ ਆਰਟੀਕਲ 370 ਤੋਂ ਬਾਅਦ ਕੀ ਹੋਇਆ, ਉਹ ਆਰਟੀਕਲ 370 'ਤੇ ਕਰਨਾ ਸੀ, ਬਹੁਤ ਚੰਗਾ ਹੋਇਆ ਉਹਦਾ, ਅਤੇ ਮੈਂ ਦੇਖੋ ਪ੍ਰਸ਼ੰਸਾ ਕਰਦਾ ਐਜ਼ ਆਰਮੀ ਮੈਨ। ਹਾਂ, ਐਜ਼ ਏ ਆਰਮੀ 370 ਲਾਗੂ ਕਰਨਾ ਬਹੁਤ ਚੰਗੀ ਗੱਲ ਸੀ, ਬਹੁਤ ਚੰਗਾ ਸਟੈਪ ਸੀ। ਹਾਂ, ਉਹਦੇ ਕਰਕੇ ਇਹਨਾਂ 'ਚ ਨਾਰਾਜ਼ਗੀ ਹੋਈ, ਉਹ ਤਾਂ ਚਲੋ ਹੋਣੀ ਸੀਗੀ, ਅਤੇ ਉਹਦੇ ਕਰਕੇ ਲੋਕ ਥੋੜ੍ਹੇ ਜਿਹੇ ਨਾਰਾਜ਼ ਆਏ। ਉਸ ਪਾਸੇ ਤੇ ਕੰਟਰੋਲ ਹੋ ਰਿਹਾ, ਬੜੇ ਮੁਕਾਬਲੇ ਹੋ ਰਹੇ ਨੇ, ਘੱਟ ਹੋਏ ਨੇ। ਮਗਰ ਕਿਸ਼ਤਵਾੜ ਤੋਂ ਹੋਏ ਲਿੰਕ ਉੱਥੇ ਬਾਹਰ ਜਾ ਰਹੇ ਨੇ, ਹਾਲੇ ਵੀ ਕਿੱਥੇ ਜਾ ਰਹੇ ਨੇ, ਉੱਥੇ ਪਾਕਿਸਤਾਨ ਦੇ ਅੰਦਰ ਜਿਹੜੇ POK ਨੇ ਉੱਥੇ ਕੈਂਪ ਲੱਗੇ ਨੇ। ਇਹਨਾਂ ਦਾ ਮੇਲ ਮਿਲਾਪ, ਇਹਨਾਂ ਦਾ ਤਾਲ ਮਿਲਾਪ, ਇਹਨਾਂ ਨੂੰ ਪੈਸਾ ਆਉਂਦਾ, ਇਹਨਾਂ ਨੂੰ ਉੱਥੋਂ ਹਥਿਆਰ ਆਉਂਦੇ ਨੇ, ਗੋਲਾ ਬਰੂਦ ਆਉਂਦਾ, ਅਤੇ ਉਹ ਕਿੱਥੇ ਜਾਂਦਾ,
ਉਹ ਸਾਰੀ ਸਹਾਇਤਾ ਉਹ ਆਇਡੈਂਟੀਫਾਈ ਕਰਨ ਦੀ ਲੋੜ ਹੈ। ਸਾਡੇ ਵੀ ਉਸ ਵੇਲੇ ਜੋ ਮੈਂ ਕਮਾਂਡਿੰਗ ਅਫਸਰ ਸੀ ਇਸ ਇਲਾਕੇ 'ਚ ਰਿਹਾ ਬਾਅਦ, ਸਾਡੇ ਕੁਛ ਇਹੋ ਜਿਹੇ ਨੋਟ ਇਹੋ ਜਿਹੇ ਸੀ ਲੋਕ ਨਾਲ ਜੜੇ ਸੀ ਜਿਹੜੇ ਸਾਨੂੰ ਖਬਰ ਦਿੰਦੇ ਸੀ ਕਿ ਆਹ ਕੁਛ, ਹਾਲੇ ਕਿ ਉਸ ਵੇਲੇ ਇੰਨਾ ਕੁਛ ਨਹੀਂ ਸੀ। ਆਹ ਜਿਹੜੇ ਭਟੜਾ ਨਗਰ ਜੇ ਉਹ ਸਾਰੇ ਫੋਰੈਸਟ ਏਰੀਆ ਸਾਰੇ ਅਸੀਂ ਦੇਖੇ ਹੋਏ ਨੇ। ਹੁਣ ਉੱਥੇ ਦੇਖੋ ਕੀ ਗੱਲ ਹੈ, ਮੈਂ ਜਿਹੜੀ ਗੱਲ ਸਮਝਦਾ ਕਿ ਪੀਰਪਲਾ ਰੇਂਜ ਹੈ ਉਸ ਪਾਸੇ ਹਾਜੀ ਪੀਰ ਅਤੇ ਪਾਰ ਪਾਸੇ ਆਪਣਾ ਕਸ਼ਮੀਰ ਬਾਰਾਮੂਲਾ ਸੈਕਟਰ ਆ ਜਾਂਦਾ, ਇੱਧਰ ਪੁੰਛ ਸੈਕਟਰ। ਇਹ ਸੈਕਟਰ 65 ਦੀ ਜੰਗ 'ਚ ਜਨਰਲ ਭਗਤ ਸਿੰਘ ਨੇ ਲਿੰਕ ਜਿਹੜੀ ਸੜਕ ਟੁੱਟੀ ਸੀ ਪਹਿਲਾਂ ਜੋੜੀ ਵੀ ਸੀ, ਉਦੋਂ ਕਾਬੂ ਕਰ ਲਈ ਸੀ 100 ਪਿੰਡ। ਇਹ ਛੱਡ ਤਾਂ ਗਲਤੀ ਸਾਡੀ, ਉਦੋਂ ਹਵਾਲੇ ਕਰਤੇ ਵਾਪਸ ਖੈਰ ਉਧਰ ਨਾ ਜਾਂਦੇ ਹੋਇਆ, ਮਗਰ ਇੱਕ ਮੁਗਲ ਰੂਟ ਸੀ ਉੱਥੇ ਜਾਂਦੇ ਸੀ। ਹੁਣ ਕੀ ਇਹ ਗੁੱਜਰ ਬਕਲਵਾਰ ਆਉਂਦੇ ਨੇ, ਦੋਵੇਂ ਪਾਸੇ ਜਾਂਦੇ ਨੇ। ਹੁਣ ਬਰਫ਼ ਪਿਘਲ ਰਹੀ ਹੈ ਅਤੇ ਇਹ ਜਿੰਨੇ ਵੀ ਅੱਤਵਾਦੀ ਇਹਨਾਂ ਦੀ ਜਥੇਬੰਦੀਆਂ ਨੇ ਉਸ ਪਾਸੇ ਆਪਰੇਟ ਕਰਦੀਆਂ ਨੇ, ਪਕੜੇ ਕਿਉਂ ਜਾਂਦੇ, ਇਹ ਵੀ ਸਹਾਇਤਾ ਲੈਂਦੇ ਨੇ। ਇਸ ਵਾਸਤੇ ਹੁਣ ਇਹਨਾਂ ਦਾ ਜ਼ੋਰ ਉਸ ਪਾਸੇ ਇਸ ਕਰਕੇ ਹੈਗਾ ਦਹਿਸ਼ਤਗਰਦੀ ਦਾ ਮਾਹੌਲ ਪੈਦਾ ਕਰਨਾ। ਮਗਰ ਨੁਕਸਾਨ ਕਿਸ ਵਾਰ ਹੋ ਰਿਹਾ, ਨੁਕਸਾਨ ਆਵਾਮ ਦਾ ਹੋ ਰਿਹਾ। ਸਾਰੇ ਮਾੜੇ ਨਹੀਂ ਹੈਗੇ ਅਭੀ, ਕਿਉਂ ਇੱਕ ਤਾਂ ਨੌਜਵਾਨ ਜਿਹੜਾ ਨਾ ਉਹ ਭੜਕਿਆ ਕਿਉਂ ਹੈ, ਉੱਥੇ ਬੇਰੁਜ਼ਗਾਰੀ ਬਹੁਤ ਜ਼ਿਆਦਾ। ਗੱਲਾਂ ਤਾਂ ਅਸੀਂ ਬੜੀ ਕਰਦੇ ਹਾਂ, ਉਹਨਾਂ ਵਾਸਤੇ ਜ਼ਰੂਰਤ ਹੈ ਉਹਨਾਂ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਉਸ ਪਾਸੇ ਨਾ ਜਾਣ, ਉਹ ਨਾਲ ਜੁੜ ਜਾਣ, ਜਿਹਨੂੰ ਓਵਰਗਰਾਊਂਡ ਕਹਿੰਦੇ ਨੇ ਉਹ ਵੀ ਹੈ ਨੇ। ਅਤੇ ਨਾਲੇ ਖਾਸ ਤੌਰ 'ਤੇ ਇਸ ਪਾਸੇ ਜੰਮੂ ਤੋਂ ਲੈ ਕੇ ਇੱਥੇ, ਜੰਮੂ ਤੋਂ ਤੁਹਾਨੂੰ ਪਤਾ ਪਹਿਲਾਂ ਏਅਰਫੋਰਸ 'ਤੇ ਉੱਥੇ ਡਰੋਨ ਹਮਲਾ ਵੀ ਹੋਇਆ, ਉਦੋਂ ਆਏ ਸੀ ਉਹਨਾਂ ਨੂੰ ਸੁੱਟਿਆ ਸੀ, ਵਿਚਾਰ ਸੁੱਟਿਆ ਜੇ ਕੀਤਾ ਪੂਰਾ ਸਾਂਭਾ 'ਤੇ ਕਰਾ ਰਹੇ ਨੇ। ਇਹ ਲਿੰਕਰ ਪੰਜਾਬ 'ਤੇ ਲਿੰਕ ਕਰਨਾ ਚਾਹੁੰਦੇ ਨੇ। ਸੋ ਇਹਨਾਂ ਦੀ ਬਹੁਤ ਵੱਡੀ ਸਾਜ਼ਿਸ਼ ਹੈ। ਇਸ ਵੇਲੇ ਪਾਕਿਸਤਾਨ ਦੇ ਬਹੁਤ ਬੁਰੀ ਹਾਲਤ ਹੈ, ਇੱਕ ਫੇਲ ਸਟੇਟ ਹੋ ਚੁੱਕੀ ਹੈ, ਮਗਰ ਫਿਰ ਵੀ ਉਹ ਆਪਣੇ ਨਾਪਾਕ ਇਰਾਦਿਆਂ ਤੋਂ ਇਹ ਬਾਜ ਨਹੀਂ ਆਉਂਦੇ ਔਰ ਚੀਨ ਉਹਨਾਂ ਦੀ ਪੂਰੀ ਮਦਦ ਕਰ ਰਿਹਾ। ਅਤੇ ਮੈਂ ਸਮਝਦਾ ਹਾਂ ਇਹਦੇ ਵਾਸਤੇ ਜੁਆਇੰਟ ਮੁਹਿੰਮ ਦੇ ਨਾਲ ਨਾਲ ਸਾਨੂੰ ਇਸ ਪਾਸੇ ਧਿਆਨ ਦੇਣਾ ਪਏਗਾ ਕਿ ਸਾਡੇ ਲਿੰਕ ਨੇ ਜਿਹੜੇ ਕਿ ਇਹਨਾਂ ਦੇ ਡੂਰ ਨੇ ਕਿੱਥੇ ਛੁਪਦੇ ਨੇ, ਕਿੱਥੇ ਖਬਰਾਂ, ਉਹ ਉਹਨਾਂ ਨੂੰ ਖਦੇੜਿਆ ਜਾਏ ਜੀ। ਅਸੀਂ ਗੱਲ ਤਾਂ ਕਰਦੇ ਹਾਂ, ਉਦੋਂ ਤਾਂ ਸਰਜੀਕਲ ਸਟ੍ਰਾਈਕ ਕਰਤੀ, ਉਹ ਤਾਂ ਵੱਡਾ ਕੰਮ ਹੋ ਜਾਂਦਾ। ਕਿਉਂਕਿ ਪੁੰਛ ਸਾਨੂੰ ਪਤਾ, ਪੁੰਛ ਤੋਂ ਜਾਂ ਦੂਜੇ ਪਾਸੇ ਉਹ ਕਿਹੜੇ ਪਾਸੇ ਕਿੱਥੇ ਕੈਂਪ ਨੇ ਉਹਨਾਂ ਦੇ, ਖਾਸ ਤੌਰ 'ਤੇ ਟ੍ਰੇਨਿੰਗ ਕੈਂਪ। ਅਤੇ ਉੱਥੇ ਜੇਕਰ ਕੋਈ ਸਟ੍ਰਾਈਕ ਹੁੰਦੀ ਹੈ, ਕਹਿੰਦੇ ਜੀ ਸਾਰਾ ਰੌਲਾ ਪੈ ਰਿਹਾ ਸੀ ਉਹ ਪੰਜਾਬ, ਸਾਡੇ 4 ਜਵਾਨ ਸ਼ਹੀਦ ਹੋ ਗਏ ਕਿ ਅਸੀਂ ਖੂਨ ਦਾ ਬਦਲਾ ਖੂਨ ਲਾਓ, ਅਸੀਂ ਜ਼ਿਆਦਾ ਮਾਰਾਂਗੇ, ਮਾਰਨਾ ਚਾਹੀਏ, ਕਰਨਾ ਚਾਹੀਏ। ਲੜਾਈ ਸ਼ੁਰੂ ਕਰਨਾ ਤਾਂ ਈਜ਼ੀ ਹੈ ਅਤੇ ਮਗਰ ਖ਼ਤਮ ਕਰਨਾ ਬੜਾ ਮੁਸ਼ਕਲ ਹੈ। ਅਤੇ ਇਸ ਵਾਸਤੇ ਨੁਕਸਾਨ ਤਾਂ ਦੋਵਾਂ ਦਾ ਹੋਏਗਾ, ਕਿਸੇ ਦਾ ਘੱਟ ਕਿਸੇ ਦਾ ਵੱਧ, ਮਗਰ ਬਦਲਾ ਲੈਣ ਦੇ ਬੜੇ ਹੋਰ ਤਰੀਕੇ ਹੈਗੇ ਨੇ। ਉਸ 'ਤੇ ਵਿਚਾਰ ਕਰਨਾ ਪਏਗਾ ਸਰਕਾਰ ਨੂੰ। ਆਪਣੇ ਪੰਜਾਬੀਆਂ ਦੇ ਅੰਦਰ, ਆਪਣੇ ਫੌਜੀਆਂ ਦੇ ਅੰਦਰ ਮਾਰ ਮਿਟਣ ਦਾ ਜਜ਼ਬਾ, ਕੌਮੀ ਜਜ਼ਬਾ ਹੈ, ਕਾਇਮ ਹੈ। ਹੁਣ ਵੀ LOC ਹੋਏ ਜਾਂ LOC ਹੋਏ, ਭਾਵੇਂ ਕਈ ਇੱਕ ਮੁਸ਼ਕਲਾਂ ਨੇ, ਰੁਕਾਵਟਾਂ ਨੇ, ਅੰਦਰੂਨੀ ਕਈ ਚੁਣੌਤੀਆਂ ਵੀ ਨੇ, ਅੰਦਰੂ ਕਮਜ਼ੋਰੀਆਂ ਨੇ, ਫਿਰ ਵੀ ਸਾਡੇ ਬਹਾਦਰ ਜਵਾਨ ਡਟੇ ਹੋਏ ਨੇ ਇਸ ਵੇਲੇ। ਔਰ ਚਾਈਨਾ ਦਾ ਵੀ ਇੱਕ ਪਾਸੇ ਇੱਕ ਪਾਕਿਸਤਾਨ ਦਾ ਮੁਕਾਬਲਾ ਕਰਨ ਵਾਸਤੇ ਹੈ। ਅਤੇ ਮੇਰਾ ਮਤਲਬ ਕਹਿਣ ਤੋਂ ਇਹ ਵੀ ਕਿ ਇਸ ਸਾਡੇ ਜਿਹੜਾ ਫੌਜੀ ਸਮਾਜ ਹੈ, ਇਹਨਾਂ ਨੂੰ ਵੀ ਸਾਡੀਆਂ ਕਮੀਆਂ ਪੇਸ਼ੀਆਂ, ਜਦੋਂ ਰਿਟਾਇਰ ਹੁੰਦੇ ਨੇ OROP ਦੇ ਜਵਾਨ ਹਾਲੇ ਵੀ ਜੰਤਰ ਮੰਤਰ ਬੈਠੇ ਨੇ ਜਵਾਨ JCO, ਕਿਉਂਕਿ ਕਮੀਆਂ ਪੇਸ਼ੀਆਂ ਉਹ ਐਨੋਮਲੀਜ਼ ਹਾਲੇ ਤੱਕ ਕਈ ਜ਼ਰੂਰ ਨਹੀਂ ਹੋਈਆਂ। ਅਤੇ ਇਹਦੇ ਵਿੱਚ ਕਸੂਰ ਸਿਰਫ ਇਹ ਨਹੀਂ ਕਿ ਇਹ ਡਿਵੀਜ਼ਨ ਕਰ ਰਹੇ ਨੇ ਵਿੱਚ ਜੋ ਵੀ ਏਜੰਸੀਆਂ ਲੱਗੀਆਂ ਨੇ ਕਿ ਜਵਾਨਾਂ JCO ਨੂੰ ਕਰ ਦਿਓ, ਕਿਉਂ ਅਗਰ ਨਹੀਂ ਕੀਤੀਆਂ ਸਰਕਾਰ ਨੇ ਨਹੀਂ ਕੀਤੀਆਂ, ਫੌਜੀ ਅਫਸਰਾਂ ਦੇ ਤੇ ਨਾਲ ਸੀਗੇ, ਉਹਦੇ ਵੀ ਨਾਲ ਸੀ, ਉਹ ਵੀ ਨਾਲ। ਬਿਲਕੁਲ ਜੀ, ਬਿਲਕੁਲ। ਅਤੇ ਮੈਂ ਸਮਝਦਾ ਹਾਂ ਕਿ ਇੱਕ ਰੀਹੈਬਲੀਟੇਸ਼ਨ, ਰੀਸੈਟ, ਵੈਲਫੇਅਰ ਦੇਖਣਾ, ਇਹਦੇ ਵਾਸਤੇ ਨੀਤੀ ਦੀ ਲੋੜ ਹੈ, ਕੌਮੀ ਨੀਤੀ ਦੀ, ਜਿਹੜੀ ਕਿ ਸਾਡੀ ਸਰਕਾਰ ਨੂੰ ਬਣਾਉਣੀ ਚਾਹੀਦੀ ਜੀ। ਬਹੁਤ ਧੰਨਵਾਦ ਸਰ। ਥੈਂਕ ਯੂ ਸਰ। ਤਾਂ ਇਹ ਸਨ ਸਾਡੇ ਨਾਲ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਸਾਹਿਬ। ਕਾਫੀ ਤਜਰਬੇ ਨੇ ਉਹਨਾਂ ਦੇ, ਖਾਸ ਤੌਰ 'ਤੇ ਜਿਹੜਾ ਪੁੰਛ ਦੇ ਵਿੱਚ ਵਾਪਰਿਆ, ਉਹ ਮੰਨਦੇ ਨੇ ਉਹ ਕਿ ਕੀ ਕਾਰਨ ਰਹੇ ਨੇ। ਉਹਨਾਂ ਨੂੰ ਇੰਟਰਨਲ ਸਪੋਰਟ ਮਿਲੀ ਪੁੰਛ ਦੇ ਵਿੱਚ ਕੁਝ ਲੋਕਾਂ ਦੀ, ਇਹਦੇ ਵਿੱਚ ਪਾਕਿਸਤਾਨ ਦੇ ਨਾਪਾਕ ਇਰਾਦਿਆਂ 'ਤੇ ਉਹਨਾਂ ਨੇ ਗੱਲ ਕੀਤੀ, ਔਰ ਨਾਲ ਹੀ ਉਹਨਾਂ ਦੱਸਿਆ ਕਿ ਕਿਹੜੀਆਂ ਚੀਜ਼ਾਂ 'ਤੇ ਖਾਸ ਫੋਕਸ ਕਰਨ ਦੀ ਲੋੜ ਹੈ ਕਿ ਅਜਿਹੀਆਂ ਘਟਨਾਵਾਂ ਵਾਪਰਦੀਆਂ ਕਿਉਂ ਨੇ। ਉਹਨਾਂ ਦੀ ਜ਼ਿੰਦਗੀ ਬਾਰੇ ਵੀ ਗੱਲਬਾਤ ਕੀਤੀ ਹੈ। ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੇ ਨਾਲ ਲੱਗੀ, ਇਹ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਸਾਂਝਾ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।